ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਫੇਰ ਆ ਗਏ ਅੱਜ। ਮੈਂ ਸਨੀ ਮੰਮੀ ਤੇ ਨਾਮ ਦੱਸਣ ਦੀ ਸ਼ਾਇਦ ਲੋੜ ਨਹੀਂ, ਪਿਛਲੀ ਵੀਡੀਓ 'ਚ ਆਪਾਂ ਸਾਰਾ ਕੁਝ ਦੱਸਿਆ ਸੀਗਾ। ਬੂਟ ਲਾ ਲਈ ਤੇ ਕੁਝ ਗੱਲਾਂ ਰਹਿ ਗਈਆਂ ਸੀ ਉਸ ਦਿਨ। ਉਹ ਗੱਲਾਂ ਤੇ ਇੱਕ ਤਾਂ ਖੁੱਲ ਕੇ ਗੱਲ ਨਹੀਂ ਸੀ ਹੋਈ, ਕਿਉਂ ਪਿੱਛੋਂ ਦਰਵਾਜ਼ਾ ਖੜ ਗਿਆ ਸੀ ਉਧਰ ਰੋਟੀ ਵਾਲਾ। ਤੇ ਇੱਕ ਨਾ ਜਦੋਂ ਕੋਈ ਸੋਚ ਕੇ ਗੱਲ ਕਰਦੇ ਆ ਤਾਂ ਫਿਰ ਉਹਦੇ ਚ ਗੱਲਾਂ ਲਿਮਟਡ ਹੁੰਦੀਆਂ ਨੇ, ਤੇ ਜਦੋਂ ਆਪਾਂ ਨਾ ਫ੍ਰੀ ਮਾਈਂਡ ਹੋ ਕੇ ਗੱਲਾਂ ਕਰੀਏ ਫਿਰ ਆਪ ਹੋਰੇ ਗੱਲਾਂ ਆਪਣੇ ਆਪ ਹੀ ਆਈ ਜਾਂਦੀਆਂ। ਤੇ ਅੱਜ ਮੈਨੂੰ ਨਾ ਪਹਿਲਾਂ ਗਠੀਆ ਹੋ ਗਿਆ ਸੀਗਾ ਕੁਛ ਚਿਰ ਪਹਿਲਾਂ, ਜਿਵੇਂ ਉਦੋਂ ਮੈਂ ਦੱਸਿਆ ਸੀ ਹਜੇ ਵੀ ਸਾਡੀ ਦਰਦ ਹੁੰਦੀ ਹੈ। ਤੇ ਉਹ ਮੈਨੂੰ ਹੋਇਆ ਸੀ ਨਵੰਬਰ ਦਸੰਬਰ 'ਚ, ਕਹਿੰਦੇ ਚਿਕਨਗੁਨੀਆ ਕਰਕੇ ਹੋਇਆ, ਪਤਾ ਨਹੀਂ ਕਿਹਦੇ ਕਰਕੇ। ਉਹ ਸੈੱਲ ਦੇ ਕੇ ਆਇਆ ਸੀ ਨਾ ਜਦੋਂ ਤੂੰ। ਹਾਂ, ਸੈੱਲ ਡੋਨੇਟ ਕੀਤੇ ਗਏ ਸੀ। ਉਹ 15 ਦਿਨ ਤਾਂ ਠੀਕ ਰਿਹਾ ਮੈਂ, ਕਮਜ਼ੋਰੀ ਖਾਂਦਾ ਰਿਹਾ, ਐਕਸਰਸਾਈਜ਼ ਛੱਡਤੀ। ਯੂਰਿਕ ਐਸਿਡ ਕੁਦਰਤੀ ਪਹਿਲਾਂ ਹੀ ਵਧਿਆ ਸੀ, ਹੁਣ ਪਤਾ ਨਹੀਂ ਯੂਰਿਕ ਐਸਿਡ ਕਰਕੇ ਹੋਇਆ ਜਾਂ ਪਤਾ ਨਹੀਂ ਵੈਸੇ ਚਿਕਨਗੁਨੀਆ, ਆਈ ਡੋਂਟ ਨੋ, ਡਾਕਟਰ ਨੂੰ ਵੀ ਨਹੀਂ ਪਤਾ। ਆਪਣੇ ਸਪੈਕੂਲੇਸ਼ਨਸ ਨੇ, ਅੰਦਾਜ਼ੇ ਨੇ। ਤੇ ਉਸ ਤੋਂ ਬਾਅਦ ਵੀ ਮੈਂ ਉਸ ਤੋਂ ਪਹਿਲਾਂ 20 ਸਾਲ ਹੋ ਗਏ ਨੇ ਐਕਸਰਸਾਈਜ਼ ਕਰਦਿਆਂ ਨੂੰ, ਸਾਈਕਲਿੰਗ, ਰਨਿੰਗ, ਕਦੀ ਦਿੱਕਤ ਨਹੀਂ ਆਈ। ਤੁਸੀਂ ਹਿਸਾਬ ਲਾ ਲਓ ਕਿ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਤੇ ਅਪ੍ਰੈਲ ਜਮਾਂ ਨਹੀਂ ਕੁਛ ਕਰ ਦਿੱਤਾ, ਜਮਾਂ ਨਹੀਂ। ਅੱਜ ਮੈਂ ਥੋੜੀ ਸਾਈਕਲਿੰਗ ਕਰਕੇ ਆਇਆ ਤੇ ਮੈਨੂੰ ਥੋੜਾ ਜਿਹਾ ਠੀਕ ਲੱਗਦਾ। ਪਿੱਛੇ ਜੇ ਸਾਈਕਲਿੰਗ ਕਰਦਾ ਸੀ ਉਦੋਂ ਵੀ ਔਖਾ ਲੱਗਦਾ ਤੇ ਹੌਲੀ ਹੌਲੀ ਰਿਕਵਰ ਹੋ ਰਿਹਾ, ਯਾਨੀ ਕਿ ਜਦੋਂ ਇੱਕ ਵਾਰ ਸਰੀਰ ਡਾਊਨ ਹੋ ਜੇ ਟਾਈਮ ਲੱਗਦਾ ਨਾ। ਤੇ ਚਲੋ ਵੀਡੀਓ ਬਹੁਤੀ ਲੰਮੀ ਨਾ ਬਣ ਜੇ, ਫਿਰ ਇੰਟਰਸਟ ਨਹੀਂ ਰਹਿੰਦਾ। ਆਪਾਂ 4-5 ਜੀ ਗੱਲਾਂ ਕਰਨੀਆਂ, ਗਿਣੀਆਂ ਚੁਣੀਆਂ, ਤੇ ਜਿਹੜੀਆਂ ਕਿ ਤੁਹਾਡੀਆਂ ਵੀ ਹੋਣ, ਸਾਡੀਆਂ ਵੀ ਹੋਣ, ਸਾਂਝੀਆਂ ਗੱਲਾਂ। ਜਿਹੜੀ ਪੀੜ੍ਹੀ ਮਤਲਬ ਦੰਗਿਆਂ ਵਾਲੇ ਦੀ ਲੈ ਲਓ, ਜਾਂ 84, 85, 80, 90, ਹੈ ਨਾ, ਉਸ ਵੇਲੇ ਦੀ ਜਿਹੜੀ ਪੀੜ੍ਹੀ ਹੈ, ਜਾਂ ਸਾਡੀ ਏਜ ਲਾ ਲਓ, ਜਾਂ ਸਾਡੀ ਮਾਤਾ ਜੀ, ਮਤਲਬ ਅਸੀਂ ਉਸ ਟਾਈਮ ਦੀ ਗੱਲਾਂ ਕਰਾਂਗੇ ਜਿਹੜਾ ਅਸੀਂ ਵਿਰਸਾ ਜਾਂਦੇ ਜਾਂਦੇ ਅਸੀਂ ਦੇਖ ਲਿਆ। ਸਭ ਤੋਂ ਜ਼ਿਆਦਾ ਅਸੀਂ ਲੱਕੀਐਸਟ ਪੀੜ੍ਹੀ ਆ ਕਿ ਅਸੀਂ ਯੁੱਗ ਨੂੰ ਚੇਂਜ ਹੁੰਦਾ ਦੇਖਿਆ। ਦੇਖੋ, ਅਸੀਂ ਫੱਟੀਆਂ ਵੀ ਦੇਖੀਆਂ ਨੇ ਜਿਹੜੇ ਪਹੁੰਚਦੇ ਆਪਾਂ, ਹੈ ਨਾ। ਉਸ ਤੋਂ ਬਾਅਦ ਅਸੀਂ ਡਿਜੀਟਲ, ਕੰਪਿਊਟਰ, ਟੈਬਸ ਤੇ ਜਿਹੜੀ ਨਵੀਂ ਤੋਂ ਨਵੀਂ ਐਡਵਾਂਸ ਟੈਕਨੀਕਸ ਨੇ, ਹੈ ਨਾ, ਤੇ ਪ੍ਰੋਜੈਕਟਰਸ, ਉੱਥੋਂ ਤੱਕ ਵੀ ਅਸੀਂ ਆਏ ਹਾਂ। ਤੋ ਜਿਹੜਾ ਸਭ ਤੋਂ ਜ਼ਿਆਦਾ ਚੇਂਜ ਓਵਰ ਦੇਖਿਆ ਉਹ ਸਾਡੀ ਪੀੜ੍ਹੀ ਨੇ ਵੇਖਿਆ। ਤੇ ਅੱਜ ਆਪਾਂ ਗੱਲਾਂ ਕਰਾਂਗੇ ਉਸ ਜ਼ਮਾਨੇ ਦੀਆਂ। ਸਾਡਾ ਐਕਸਪੀਰੀਅੰਸ ਵੀ ਹੈ, ਅਸੀਂ ਤੁਹਾਨੂੰ ਇਹ ਵੀ ਦੱਸ ਸਕਦੇ ਹਾਂ ਕਿਉਂਕਿ ਪ੍ਰੈਕਟੀਕਲੀ ਹੰਡਾਇਆ ਕਿ ਕਿਹੜਾ ਟਾਈਮ ਜ਼ਿਆਦਾ ਵਧੀਆ ਸੀ, ਇਨਵਾਇਰਨਮੈਂਟ ਫਰੈਂਡਲੀ ਸੀ, ਇਕੋ ਫਰੈਂਡਲੀ ਸੀਗਾ। ਠੀਕ ਹੈ, ਗੱਲਾਂ ਕਰਾਂਗੇ। ਮਾਤਾ ਜੀ, ਤੁਸੀਂ ਸ਼ੁਰੂਆਤ ਕਰੋ, ਉੱਚੀ ਬੋਲਣਾ, ਤੇ ਤੁਸੀਂ ਆਪਣੇ ਵੇਲੇ ਦੀ ਕੋਈ ਗੱਲ ਸੁਣਾਓ, ਫਿਰ ਉਸ ਤੋਂ ਬਾਅਦ ਮੈਂ ਦੱਸਾਂਗਾ ਕਿ ਮੈਨੂੰ ਉਹਨਾਂ ਵੇਲੇ ਦੀ ਕੀ ਵਧੀਆ ਲੱਗਦਾ ਸੀ। ਮੈਂ ਤੇ ਉੱਚੀ ਤਾਂ ਬੋਲਾਂਗੇ ਨਾ, ਵੈਸੇ ਮੈਂ ਉੱਚੀ ਕੁਛ ਸਮਾਂ ਆਪਣਾ ਜ਼ਿਆਦਾ ਸਮਾਂ ਨਹੀਂ, ਪੇਟੂ ਵੀ ਮੈਂ ਹੰਡਾਇਆ ਹੋਇਆ। ਥੋੜਾ ਜਿਹਾ ਹੋਰ ਥੋੜੀਆਂ ਜਿਹਾ ਖੁਰਾਕਾਂ ਵੀ ਖਾਦੇ ਹੋਣ ਉਸ ਟਾਈਮ ਦੇ ਜ਼ਿਆਦਾ। ਅਰੇ ਖੁਰਾਕ ਨਹੀਂ ਖਾਣੀ, ਉੱਚੀ ਬੋਲ ਕੇ। ਤੇ ਮੈਂ ਇਹ ਖੁਰਾਕ ਨੂੰ ਸਾਹਮਣੇ ਲਿਆਵਾਂਗੀ ਕਿ ਉਸ ਟਾਈਮ ਤੇ ਸਮਾਂ ਭਾਵੇਂ ਮੈਨੂੰ ਬਹੁਤ ਹੀ ਘੱਟ ਮਿਲਿਆ ਸੀ। ਤੇ ਬਾਕੀ ਕਿਸੇ ਦਿਨ ਸਾਰੀ ਥਿਊਰੀ ਦੇ ਕਾਕਾ ਕਿਸੇ ਦਿਨ ਬਾਅਦ ਚ ਦੱਸੇਗਾ ਕਿ ਮੇਰੇ ਨਾਲ ਕਿੱਦਾਂ ਉਹ ਮੈਨੂੰ ਸਮਾਂ ਥੋੜਾ ਮਿਲਿਆ ਜਾਂ ਕਿਉਂ ਥੋੜਾ ਮਿਲਿਆ। ਉਹਦਾ ਵੀ ਕੋਈ ਕਾਰਨ ਸੀ। ਮੈਨੂੰ ਮਾਂ-ਬਾਪ ਦੇ ਘਰ ਜਿਹੜਾ ਸਮਾਂ ਬਹੁਤ ਘੱਟ ਮਿਲਿਆ, ਤੇ ਮੇਰੀ ਜ਼ਿੰਦਗੀ ਸਹੁਰੇ ਕੋਲ ਵੀ ਥੋੜੀ ਜਿਹੀ ਸੀ ਤੇ ਮੈਂ ਸ਼ਹਿਰ ਆ ਗਈ। ਉਹ ਮੇਰਾ ਬੇਟਾ ਕਿਸੇ ਦਿਨ ਫੇਰ ਦੱਸੇਗਾ। ਤੇ ਉਹ ਜਿਹੜਾ ਸਮਾਂ ਥੋੜਾ ਸੁਹਾਵਣਾ ਸੀ, ਤੇ ਬਹੁਤ ਹੀ ਪਿੰਡਾਂ ਦੇ ਵਿੱਚ ਖੁਰਾਕਾਂ ਪਿਓਰ ਸਨ। ਘਰ ਦੀਆਂ ਸਾਡੀਆਂ ਮੱਝਾਂ ਸਨ, ਜੱਟ ਜ਼ਿਮੀਂਦਾਰਾਂ ਨਾਲ ਅਸੀਂ ਹੈਗੇ ਸੀ, ਕਿਤੇ ਬਿਲਕੁਲ ਕੱਚੇ ਦੁੱਧ ਨਾਲ ਅਸੀਂ ਖਾਣਾ ਵੀ ਖਾਧਾ ਹੋਇਆ, ਘਿਓ ਵੀ ਖਾਧੇ ਨੇ ਕੁਝ ਸਮਾਂ, ਤੇ ਸਿਹਤਾਂ ਵੀ ਠੀਕ ਸਨ। ਮੈਂ ਵਿੱਚ ਰੁਕਦਾ। ਜਦੋਂ ਨਾਨਕੇ ਜਾਣਾ ਕਰਨਾ, ਛੁੱਟੀਆਂ ਹੁੰਦੀਆਂ ਸੀ ਉਸ ਟਾਈਮ, ਮੈਂ ਆਪਦੀ ਗੱਲ ਕਰਦਾ, ਛੋਟੇ ਹੁੰਦੇ ਸੀ ਤੇ ਛੁੱਟੀਆਂ ਹੋਣੀਆਂ, ਤੇ ਛੁੱਟੀਆਂ 'ਚ ਇੰਨਾ ਚਾਅ ਹੋਣਾ ਵੀ 2 ਮਹੀਨੇ ਘੱਟ ਹੋਈਆਂ, ਨਾਨਕੇ ਚਲੋ। ਨਾਨਕੇ ਜਾ ਕੇ ਹਾਲਾਂਕਿ ਕੋਈ ਬਹੁਤ ਹੀ ਉੱਥੇ ਇਹ ਨਹੀਂ ਸੀ ਕਿ ਸਾਨੂੰ ਉੱਥੇ ਵੱਡੇ ਵੱਡੇ ਰਿਮੋਟਸ ਦੇ ਤੇ ਜਾਂ ਕੋਈ 3D ਸਿਸਟਮ ਹੈ ਜਾਂ ਕੋਈ ਮੈਂ ਗੇਮ ਪੈਡ ਲੈ ਕੇ ਗੇਮ ਖੇਡ ਰਿਹਾ, ਨਹੀਂ। ਉੱਥੇ ਉਹੀ ਜਿਹਨੂੰ ਆਪਾਂ ਅੱਜ ਕੱਲ੍ਹ ਗਾਣੇ ਸੁਣਦੇ ਹਾਂ, ਤੂਤ, ਹੈ ਨਾ, ਤੂਤੀਆਂ, ਜਾਮਨੂੰ, ਖਾਲ ਵੱਡੇ ਵੱਡੇ, ਤੇ ਮੀਂਹ, ਪਿੱਤ ਮਾਰਨੀ, ਹੈ ਨਾ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਪਿੱਤ ਲੜਨੀ ਸੁਣਿਆ, ਪਿੱਤ ਮਾਰਨੀ ਨਹੀਂ ਪਤਾ ਹੁੰਦਾ। ਖੇਤਾਂ 'ਚ ਚਲੇ ਜਾਣਾ, ਤੇ ਪੈਲੀ ਖੇਤਾਂ ਦੇ ਵਿੱਚ ਜਾਣਾ, ਝਪੱਚੇ ਆਲੂਆਂ 'ਚ, ਚਲੋ ਇਹ ਤਾਂ ਆਮ ਗੱਲਾਂ ਨੇ। ਤੇ
ਉਸ ਟਾਈਮ ਤੁਸੀਂ ਦੇਖੋ ਹਾਜ਼ਮੇ ਇੰਨੇ ਵਧੀਆ ਤੰਦਰੁਸਤ ਹੁੰਦੇ ਸੀ, ਬਜ਼ੁਰਗਾਂ ਦੇ ਵੀ ਬੱਚਿਆਂ ਦੇ ਤਾਂ ਹੋਣੇ ਨੇ। ਬਾਥਰੂਮ ਤਾਂ ਘਰੇ ਮਤਲਬ ਕਿਸੇ ਕਿਸੇ ਦੇ ਹੁੰਦਾ ਸੀ। ਦੂਸਰਾ ਠੀਕ ਹੈ ਜੀ। ਤੇ ਉਹ ਜਦੋਂ ਅਸੀਂ ਬਾਹਰ ਸਵੇਰੇ ਕਿਤੇ ਜਾਣਾ, ਜਿਹਨੂੰ ਪੰਜਾਬੀ ਕਹਿੰਦੇ ਜ਼ੋਰ ਪੈਣਾ ਜੇ ਨਾ ਜੰਗਲ, ਉਹ ਮੈਂ ਕਹਿੰਦਾ ਜੀ ਕੋਈ ਬਿਮਾਰੀ ਨਹੀਂ ਸੀ, 2 ਮਿੰਟ ਲੱਗਦੇ ਸੀ ਹੈਨਾ ਜਿੱਥੇ ਜਾਣਾ ਤੇ ਆਉਣਾ। ਤੇ ਸਾਰਾ ਦਿਨ ਕੋਈ ਮੁੜ ਕੇ ਪਤਾ ਸੁਰ ਨਹੀਂ ਸੀ ਹੁੰਦਾ, ਦੇਰ ਤੇਰੇ ਦੀ ਲੈ ਤੇਰੇ ਦੀ। ਉਹ ਕਈ ਵਾਰੀ ਹੀ ਪਿੰਡ ਜਾਣਾ ਨਾਨਕੇ, ਤੇ ਉਸ ਟਾਈਮ ਕਿਤੇ ਜਿੱਥੇ ਮੋਟਰ ਲੱਗੀ ਠੀਕ ਹੈ, ਕਈ ਪੈਲੀਆਂ 'ਚ ਇੰਜਣ ਲੱਗਿਆ ਹੋਇਆ, ਤੇ ਉਹ ਕਦੇ ਤੇਲ ਘਰੋਂ ਸਾਈਕਲ ਤੇ ਬੰਨ੍ਹ ਕੇ ਲੈ ਕੇ ਜਾਣਾ। ਜਿਹੜੀ ਸਾਈਕਲ ਦੀ ਟਿਊਬ ਹੁੰਦੀ ਹੈ ਉਹਨੂੰ ਖਿੱਚ ਕੇ ਮਗਰਲੀ ਕਾਠੀ ਤੋਂ ਬੰਨ੍ਹ ਕੇ ਉੱਤੋਂ ਦੀ ਲਮਕਾ ਕੇ, ਉਹ ਚਿੱਟੇ ਕੁੜਤੇ ਪਜਾਮੇ ਪਾਏ ਹੁੰਦੇ ਸੀਗੇ, ਕਈ ਵਾਰ ਚਿੱਟੇ ਕੁੜਤੇ ਪਜਾਮੇ ਲਿਪੜ ਜਾਣੇ ਤੇਲ ਦੇ ਨਾਲ। ਉਹ ਮੁੜ ਕੇ ਸਾਡੇ ਪਿੰਡੇ ਦੇ ਆ ਕੇ ਪੈਣੀਆਂ ਮਾਰ ਜੋ ਨਵਾਂ ਤੂੰ ਕੁੜਤਾ ਪਜਾਮਾ ਖਰਾਬ ਕਰਤਾ। ਅੱਛਾ ਇੱਕ ਹੋਰ ਗੱਲ ਯਾਦ ਆਈ, ਉਸ ਸਮੇਂ ਇਹ ਬੜਾ ਰਿਵਾਜ ਸੀ, ਜਿਵੇਂ ਘਰ 'ਚ 2 ਬੱਚੇ ਨੇ ਜਾਂ ਇੱਕੋ ਹੀ ਉਮਰ ਦੇ ਨੇ ਜਾਂ ਥੋੜਾ ਪਤਾ, ਉਹ ਦੋਵਾਂ ਦੇ ਇੱਕੋ ਰੰਗ ਦੇ ਕੁੜਤੇ ਪਜਾਮੇ ਡੱਬੀਆਂ ਵਾਲੇ ਬਣ ਜਾਣੇ ਹੈ। ਉਹ ਰਾਣੇ ਦੇ ਗੁਰੇ ਦੇ ਨਹੀਂ ਸੀ, ਇਕੱਠੇ ਬਣ ਜਾਣੇ, ਇੱਕੋ ਰੰਗ ਦੀਆਂ ਸ਼ਰਟਾਂ ਬਣ ਜਾਣੀਆਂ ਕਰਨੀਆਂ, ਸਸਤਾ ਮਿਲ ਜਾਂਦਾ ਸੀ ਉਹੀ। ਤੇ ਮਤਲਬ ਇੱਕ ਤੁਹਾਨੂੰ ਮਤਲਬ ਗੱਲਾਂ 'ਚ ਜਿੱਦਾਂ ਮੰਮੀ ਨੇ ਕਿਹਾ ਵੀ ਘਰ ਦੀਆਂ ਮੱਝਾਂ ਸੀ ਜਾਂ ਘਰ ਦਾ, ਇਹ ਤਾਂ ਚਲੋ ਅੱਜ ਕੱਲ੍ਹ ਵੀ ਲੋਕਾਂ ਦੇ ਆਪਣੀਆਂ ਨੇ, ਪਰ ਉਸ ਟਾਈਮ ਅਸੀਂ ਖੇਡਾਂ ਕਿਹੜੀਆਂ ਖੇਡਦੇ ਸੀ ਹੁਣ ਲੋਕਾਂ ਨੂੰ ਪਤਾ ਨਹੀਂ। ਜਦੋਂ ਮੀਂਹ ਆਉਣਾ ਤੇ ਮੀਂਹ ਆ ਕੇ ਅਸੀਂ ਪੈਰ ਵਿੱਚ ਰੱਖ ਕੇ ਨਾ, ਤੇ ਰੇਤਾ ਜਾਂ ਜਿਹੜੀ ਗਾਰਾ ਹੁੰਦਾ ਸੀ ਉਹਨੂੰ ਉੱਪਰੋਂ ਦੀ ਥੱਪਣਾ, ਇਸ ਤਰ੍ਹਾਂ ਥੱਪ ਕੇ ਪੈਰ ਬਾਹਰ ਕੱਢ ਲੈਣਾ, ਉਹ ਕੱਚੇ ਘਰ ਬਣਦੇ ਸੀ। ਇਹ ਬੱਚਿਆਂ ਨੂੰ ਨਹੀਂ ਪਤਾ ਹੋਣਾ ਕਿੰਨਾ ਆਪਾਂ ਉਸ ਟਾਈਮ ਇੰਜੋਏ ਕਰਦੇ ਸੀਗੇ। ਤੇ ਬਾਕੀ ਆ ਜਿਵੇਂ ਤੁਸੀਂ ਆਪਾਂ ਗਾਣੇ ਸੁਣਦੇ ਆ, ਅੱਧ ਰੜਕੇ ਦਾ ਛੰਨਾ, ਛੰਨੇ ਤਾਂ ਅੱਜ ਵੀ ਸਾਡੇ ਘਰ ਪਏ ਨੇ ਠੀਕ ਹੈ। ਤੇ ਜਿਹੜੇ ਕਹਿੰਦੇ ਜੀ ਲੱਸੀ ਰੜਕਣੀ ਫਲਾਣਾ, ਉਹ ਸਵੇਰੇ ਰੋਜ਼ ਚਾਟੀ ਦੀ ਲੱਸੀ ਰੜਕਣੀ, ਤੇ ਰਾਤ ਨੂੰ ਜਿਹੜਾ ਦੁੱਧ ਹੁੰਦਾ ਸੀ ਕਾੜਨੀ ਵਾਲਾ ਹਨਾ, ਉਹ ਕੱਢਦਾ ਰਹਿਣਾ, ਤੇ ਉੱਪਰ ਉਹਨੂੰ ਟਿਕਾ ਦਿੰਦੀ ਸੀ ਬੇਜੀ ਹਨਾ, ਉਹਦੇ ਉੱਤੇ ਟਿਕਾ ਦੇਣਾ, ਤੇ ਗਰਮ ਹੁੰਦਾ ਨਾ ਕੀ ਉਹਦਾ ਹਿਸਾਬ ਕਿਤਾਬ ਹੁੰਦਾ ਹੈ। ਔਲਾ ਹੁੰਦਾ ਸੀ, ਅਸੀਂ ਔਲੇ ਹੀ ਕਹਿੰਦੇ ਆ। ਅੱਛਾ ਇੱਕ ਹੋਰ ਬੜੀ ਇਹ ਵੀ ਦੱਸਣਗੇ, ਮੈਂ ਵੀ ਦੱਸਣਾ, ਥੋੜੀ ਮੇਰੇ ਕੋਲ ਨਾ ਗੱਲਾਂ ਦਾ ਥੋੜ੍ਹੀਆਂ ਜ਼ਿਆਦੀਆਂ ਨੇ, ਤੇ ਮੈਂ ਪਹਿਲਾਂ ਆਪਣਾ ਹਾਜ਼ਮਾ ਥੋੜਾ ਸੈੱਟ ਕਰਨਾ ਕਰਕੇ ਹਨਾ। ਫਿਰ ਅਸੀਂ ਜਦੋਂ ਜਾਣਾ ਪਿੰਡ ਦਾ, ਤੇ ਸਾਡੇ ਕਿ ਚਾਹ ਬਣਨੀ ਉੱਥੇ, ਤੇ ਸਾਡੇ ਵਾਲੀ ਉਸ ਟਾਈਮ ਨਾ ਖੰਡ ਆਈ ਸੀ ਨਵੀਂ ਨਵੀਂ, ਉਹਦੀ ਵੈਲਿਊ ਬੜੀ ਸੀ, ਜਿਵੇਂ ਜਵਾਈ ਵਰਗੀ ਵੈਲਿਊ ਸੀ ਖੰਡ ਦੀ। ਤੇ ਗੁੜ ਨੂੰ ਪੁੱਛਦਾ ਨਹੀਂ ਹੁੰਦਾ, ਅੱਜ ਕੱਲ੍ਹ ਤਾਂ ਸਪੈਸ਼ਲ ਆਪਾਂ ਜਾਂਦੇ ਜੀ ਗੁੜ ਵਾਲੀ ਚਾਹ, ਉਹਨੂੰ ਗੁੜ ਨੂੰ ਕੋਈ ਨਹੀਂ ਸੀ ਪੁੱਛਦਾ, ਉਹ ਖੁੰਝੇ 'ਚ ਪਿਆ ਹੁੰਦਾ ਸੀ ਕਿਤੇ ਨਾ ਕਿਤੇ, ਰੋਟੀ ਖਾਣ ਤੋਂ ਬਾਅਦ ਮਿੱਠਾ ਹੁੰਦਾ ਸੀ ਉਹ। ਭਾਈ ਉਹਨਾਂ ਵਾਸਤੇ ਬਣਨੀ ਗੁੜ ਵਾਲੀ ਚਾਹ, ਤੇ ਜਦੋਂ ਸਾਡੇ ਵਾਸਤੇ ਖੰਡ ਵਾਲੀ ਬਣਨੀ, ਤੇ ਸਾਰੇ ਮਾਮੇ ਦੇ ਮੁੰਡਿਆਂ ਨੇ ਮੈਨੂੰ ਆਖਵਾਣੀ ਥੋੜੀ ਦੇ ਦੇ। ਇੱਕ ਜਿਹੜੀ ਬਿਸਕੁਟ ਬਣਾਉਂਦੀ ਸੀ, ਅੱਜ ਵੀ ਬਣਾਉਂਦੇ, ਸਵੇਰੇ ਸਵੇਰੇ ਜਿਆਦਾ ਮਸਾਲਾ, ਇੱਕ ਜਿਹੜੇ ਬਿਸਕੁਟ ਮਿਲਨੇ ਹੱਥ ਜਿਹੇ ਚੱਪੇ ਜਿਹੇ, ਉਹ ਭਾਈ ਜਦੋਂ ਬਿਸਕੁਟ ਮਿਲਨੇ ਤੇ ਸਾਰੇ ਦੇ ਨਾਨਕੇ ਸਾਨੂੰ ਤਾਂ ਮਿਲਨੇ, ਮਾਮੇ ਦੇ ਮੁੰਡੇ ਨੇ ਵੇਖਣਾ, ਉਹ ਸਾਨੂੰ ਇਸ਼ਾਰੇ ਕਰਨੇ ਆ, ਇੱਕ ਤਾਂ ਦੇ ਜਾ। ਸੋ ਇਹ ਛੋਟੇ ਛੋਟੀਆਂ ਗੱਲਾਂ, ਛੋਟੀ ਸ਼ਰਾਰਤਾਂ, ਗਿੱਲੀਆਂ ਵੱਟਾਂ ਦੇ ਜਾਣਾ, ਤਿਲਕ ਜਾਣਾ, ਬੱਦਰ ਨਿਕਲ ਜਾਣੀ ਚੱਪਲ ਦੀ, ਉਹ ਪਾਉਂਦੇ ਜਾਣਾ, ਨਿੱਕੀ ਨਿੱਕੀ ਗੁੱਠੀਆਂ ਸਾਡੀਆਂ ਪੈਣਾ ਨਾ ਹੈ, ਤੇ ਸੂਲ ਚੁੱਭ ਜਾਣੀ ਕਿੱਕਰਾਂ ਦੀ ਪੈਰਾਂ 'ਚ, ਉਹ ਕੱਢਦੇ ਫਿਰਨਾ ਤੁਹਾਨੂੰ। ਅਸੀਂ ਅੱਛਾ ਪਾਣੀ ਘਰਾਂ ਦੇ ਉਸ ਟਾਈਮ ਮਾੜੇ ਸੀ, ਤੇ ਪਾਣੀ ਭਰਨ ਵਾਸਤੇ ਲੋਕ ਜਿਵੇਂ ਸਾਡੇ ਉੱਥੇ ਨਾਨਕੇ ਸੂਆ ਆਉਂਦਾ ਸੀ, ਤੇ ਸੂਏ ਕੋਲ ਨਲਕਾ ਸੀ, ਬੜਾ ਮਿੱਠਾ ਪਾਣੀ ਸੀ, ਤੇ ਘੜਿਆਂ ਮਾਮੀਆਂ ਨੇ ਘੜੇ ਚੁੱਕ ਕੇ ਜਾਣਾ ਨਾਲ, ਤੇ ਅਸੀਂ ਵੀ ਜਾਣਾ, ਤੇ ਉੱਥੇ ਨਾ ਗੁਲਾਬ ਹੁੰਦੇ ਸੀ, ਗੁਲਾਬ ਦੀਆਂ ਪੱਤੀਆਂ ਪਾ ਦੇਣੀਆਂ ਵਿੱਚ ਹੈ, ਵੀ ਖੁਸ਼ਬੂ ਆਏਗੀ ਜਾਂ ਕੁਛ ਆ ਜਾਏਗਾ, ਤੇ ਪਾਣੀ ਭਰਨੇ, ਤੇ ਸਿਰ ਤੇ ਧਰ ਕੇ ਮਾਮੀਆਂ ਨੇ ਲਿਆਉਣੇ, ਤੇ ਜਿੱਥੋਂ ਧਰਦੀਆਂ ਸੀ ਘਰੇ ਆਉਣ ਤੱਕ ਘੜੇ ਨੂੰ ਹੱਥ ਨਹੀਂ ਸੀ ਲਾਉਂਦੀਆਂ ਹਨਾ। ਕਿੰਨਾ ਐਕਸਪੀਰੀਅੰਸ ਸੀ ਉਹਨਾਂ ਦਾ, ਬਿਲਕੁਲ ਹੱਥ ਛੱਡ ਕੇ ਔਰ ਮੰਨਣ ਵਾਲੀ ਗੱਲ ਹੈ। ਬਟ ਮਤਲਬ ਉਸ ਟਾਈਮ ਲੇਡੀਜ਼ ਜਿਵੇਂ ਹੁਣ ਪੈੜੀ ਤੇ ਰੋਟੀ ਦੇ ਕੇ ਆਉਂਦੀ ਦੁਪਹਿਰ ਦੀ, ਇੰਨਾ ਉਸ ਟਾਈਮ ਰੋਟੀ ਬਣਾ ਕੇ ਉਹਨੂੰ ਬੰਨ੍ਹ ਕੇ ਪੈੜੀ ਤੱਕ 4-5 ਕਿਲੋਮੀਟਰ ਆਉਣਾ ਜਾਣਾ ਨੰਗੇ ਪੈਰੀ ਕਰਦੇ ਕਈ ਵਾਰ ਨੰਗੇ ਚਲੀਆਂ ਜਾਂਦੀਆਂ ਹਨਾ। ਤੇ ਆਪਾਂ ਅੱਜ ਕੱਲ੍ਹ ਕਹਿੰਦੇ ਆ ਜੀ ਬੇਟਾ ਨੀਚੇ ਮਤ ਹੋ ਜਾਓ, अगर बाथरूम तक जाना है तो चप्पल डाल लो वरना आपके जर्म्स लग जाएंगे। किहड़े जर्म्स? ਅੱਜ ਵੀ ਉਹ ਠੀਕ ਨੇ, ਚਲੋ ਗੋਡੇ ਗਿੱਟੇ ਤਾਂ ਸਭ ਦੇ ਰਹਿ ਜਾਂਦੇ ਨੇ ਟਾਈਮ ਪਾ ਕੇ, ਪਰ ਅੱਜ ਵੀ ਤੰਦਰੁਸਤ ਨੇ, ਸਭ ਖਾਂਦਾ, ਸਭ ਪਚਦਾ ਉਹਨਾਂ ਨੂੰ, ਸਭ ਖਾਂਦੀਆਂ ਨੇ। ਬਿਲਕੁਲ ਜੀ। ਤੇ ਸਾਡੇ ਕੋਲ ਆ ਉੱਥੇ ਪਿੰਡੇ ਇੰਟਰਨੈਸ਼ਨਲ ਟਰੈਕਟਰ ਹੁੰਦਾ ਸੀ ਉਸ ਟਾਈਮ, ਤੇ ਉਹਦਾ ਪੁਲੀ ਤੇ ਸਟਾਰਟ ਹੁੰਦਾ ਸੀ, ਪੁਲੀ ਤੇ ਉਹਨੂੰ ਰੱਸਾ ਬੰਨ, ਸਵੇਰੇ ਸਵੇਰੇ ਉੱਠ ਕੇ ਚਾਹ ਲਈ ਜਦੋਂ ਮਾਮੇ ਨੇ ਪੀ ਪੂ ਕੇ ਤਿਆਰ ਹੋਣਾ ਤਾਂ ਜ਼ੋਰ ਲੱਗਣਾ ਹੁੰਦਾ ਸੀ, ਤੇ ਸਾਰੇ ਨੇ ਕਿਹਾ ਮੋਢੇ ਮਾਰਦੇ ਮੈਂ ਨਹੀਂ ਜਾਣਾ। ਉਹ ਫਿਰ ਉਹਨੂੰ ਪੁਲੀ ਨੂੰ ਪਟਾ ਚੜਾ, ਉਹ ਸੌਰੀ ਰੱਸਾ ਚੜਾ ਕੇ
ਉਹ ਜਦੋਂ ਦਾ ਸਵੇਰੇ ਜ਼ੋਰ ਲਵਾਉਣਾ ਉਹ ਤਾਂ ਕਰਵਾਉਂਦਾ ਸੀ 10 ਵਾਰੀ ਸਟਾਰਟ ਨਾ ਹੋਵੇ ਕਰੇ। ਫਿਰ ਉਹ ਚੀਜ਼ਾਂ ਤੇ ਤੇਲ ਭਰਨਾ ਢੋਲਾਂ ਚੋਂ, ਉਹ ਵੇਖਣਾ ਵੀ ਐ ਅੱਛਾ ਹੈ ਤੇਲ ਭਰਿਆ ਜਾਂਦਾ। ਸਾਡੀਆਂ ਖੇਡਾਂ ਹੀ ਉਹ ਸੀ। ਸਾਡੀਆਂ ਖੇਡਾਂ ਕੀ ਸੀ? ਪਿੰਡ ਚਲ ਜਾਣਾ ਪੈੜੀ ਤੇ, ਉੱਥੇ ਜਾ ਕੇ ਇੰਜਨ ਸਟਾਰਟ ਕਰਨਾ। ਅਸੀਂ ਸ਼ਹਿਰ 'ਚ ਜਾਂਦੇ ਸੀ, ਸਾਨੂੰ ਨਹੀਂ ਸੀ ਪਤਾ ਉਹਦੀ ਟਸ ਖਿੱਚਣੇ, ਜਦੋਂ ਟਸ ਫਿਰ ਉਹ ਸਪੀਡ ਫੜਦਾ ਕੋਈ ਵੀ ਇੰਜਨ। ਹੁਣ ਤਾਂ ਚਲੋ ਸਾਨੂੰ ਸਾਰਾ ਪਤਾ ਜੀ, ਕਰਦੇ ਰਹੇ ਹਾਂ, ਖੇਤੀਬਾੜੀ ਦੇ ਕੰਮ ਵੀ ਕੀਤੇ ਨੇ, ਉਸ ਟਾਈਮ ਨਹੀਂ ਪਤਾ ਹੁੰਦਾ। ਉਸ ਟਾਈਮ ਕੀ ਜੀ, ਮੈਂ ਹੀ ਜ਼ੋਰ ਲਾਈ ਜਾਣਾ ਇੰਜਨ ਨੂੰ। ਉਹ ਪਿੱਛੋਂ ਮਾਮੇ ਦੇ ਮੁੰਡੇ ਚਲਾਕ ਸੀ, ਉਹਨਾਂ ਨੇ ਟਾਸੀ ਨੇ ਭਰਾਮ ਕਰਨੇ ਜਾਣਾ, ਉਹ ਸਾਡਾ ਜ਼ੋਰ ਲੱਗ ਜਾਣਾ ਕਰਨਾ, ਉਹਨਾਂ ਨੇ ਚਲਾਉਣਾ ਤੇ ਮਿੰਟੋ ਮਿੰਟ ਹੋ ਜਾਣਾ ਕਰਨਾ। ਉਹ ਤੇ ਜਰਦੇ ਕਰਦਾ। ਸੋ ਇਹੋ ਜਿਹੀਆਂ ਅੱਛਾ ਹੋਰ ਦਾ ਕੁਝ ਚੀਜ਼ਾਂ ਦੱਸਣਾ। ਤੇ ਜਿਵੇਂ ਪਿੰਡ ਦੇ ਵਿੱਚ ਕੁਝ ਖਾਣ ਪੀਣ ਨੂੰ ਚੀਜ਼ ਆ ਜਾਣੀ, ਤੇ ਕੁਝ ਖਿਡੌਣੇ ਕੀ ਹੁੰਦੇ ਸੀਗੇ, ਭਮੀਰੀਆਂ, ਉਹ ਜਿਹੜੀਆਂ ਐ ਘੁੰਮਦੀਆਂ ਨੇ, ਉਹ ਬੜਾ ਸਾਨੂੰ ਚਾਅ ਹੁੰਦਾ ਜੀ, ਭਮੀਰੀ ਆ ਗਈ ਭਮੀਰੀ। ਅੱਛਾ ਹੱਟੀਆਂ 'ਚ, ਪਿੰਡ 'ਚ ਹੱਟੀਆਂ ਸਨ ਨਾਨਕੇ ਹਨ, ਉੱਥੋਂ ਕੀ ਮਿਲਣੀ, ਇਮਲੀ। ਇਮਲੀ ਇੰਨੀ ਇਮਲੀਆਂ ਨਹੀਂ ਹੋਣੀਆਂ 50 ਪੈਸੇ ਦੀਆਂ। ਬਿਸਕੁਟ ਤਾਂ ਬਹੁਤ ਬਾਅਦ 'ਚ ਚੱਲਦੇ ਨੇ, ਇਮਲੀਆਂ, ਟੌਫੀਆਂ, ਹਨਾ, ਉਹ ਸੰਤਰੇ ਜਿਹੀਆਂ ਤੇ ਹੋਰ ਇਹ ਚੀਜ਼ਾਂ ਦਾ ਉਸ ਟਾਈਮ ਪ੍ਰਚਲਨ ਸੀਗਾ। ਬੜੀ ਸਾਦੀ ਜਿਹੀ ਜ਼ਿੰਦਗੀ ਸੀ, ਕੋਈ ਲੋਕ ਦਿਖਾਵਾ ਨਹੀਂ ਸੀ। ਵਿਆਹ ਹੁੰਦੇ ਸਨ 5-5 ਦਿਨ ਚੱਲਦੇ ਸਨ, ਤੇ ਰੱਬ ਜਿੰਨਾ ਚਾਹ ਹੁੰਦਾ ਸੀ ਵਿਆਹਾਂ ਦਾ। ਖਾਣ ਦਾ ਨਹੀਂ ਸੀ ਹੁੰਦਾ, ਖਾਣਾ ਪੀਣ ਦਾ ਨਹੀਂ ਸੀ, ਤਿਉਹਾਰਾਂ ਦਾ, ਗੀਤਾਂ ਦਾ, ਕੋਠਿਆਂ ਦਾ, ਅਖੰਡ ਪਾਠ ਜਦੋਂ ਉਸ ਟਾਈਮ ਲਿਖਾਇਆ ਜਾਂਦਾ ਸੀ, ਉਹਦਾ ਹੀ ਇੰਨਾ ਚਾਹ ਹੁੰਦਾ ਸੀ ਹੈ ਜੀ। ਫਿਰ ਉਸ ਤੋਂ ਬਾਅਦ ਢਾਡੀ ਜਿੱਥੇ ਆਉਂਦੇ ਸੀ, ਉਹਨਾਂ ਨੇ ਵਾਰਾਂ ਗਾਉਣੀਆਂ, ਤੇ ਬੜਾ ਸੋਹਣਾ ਕੁੱਲ ਮਿਲਾ ਕੇ, ਤੇ ਬੱਚਿਆਂ 'ਚ ਪਿਆਰ, ਅਸਲੀ ਖੇਡਾਂ। ਮੰਜੇ ਆਉਂਦੇ ਸੀ ਪਿੰਡਾਂ ਦੇ, ਜਿਵੇਂ ਹੁਣ ਪਿੱਛੇ ਦੀ ਫਿਲਮ ਆਈ ਮੰਜੇ ਬਿਸਤਰੇ। ਤੇ ਮੈਂ ਨਾ ਤੁਹਾਡੀ ਵੀ ਗੱਲ ਬਸ ਇਸ ਤੋਂ ਬਾਅਦ ਖਤਮ ਕਰੂੰਗਾ। ਮੈਂ ਲਾਸਟ ਤੇ ਮੰਜਿਆਂ ਦੀ ਗੱਲ ਸੁਣਾਉਣਾ। ਮੰਜੇ ਕੀ ਹੁੰਦੇ ਸੀ, ਮੰਜੇ ਹੀ ਮੰਜੇ ਪਿੰਡਾਂ ਲਿਆਉਣਾ। ਰਾਤ ਨੂੰ ਜਦੋਂ ਕਿਸੇ ਨੇ ਮੰਜੇ ਤੇ ਉੱਠਿਆ, ਉਸ ਟਾਈਮ ਮੰਜੇ ਘੱਟ ਜਾਣੇ, ਵਧੀਆ ਮੰਜੇ, ਤੇ ਕੋਈ ਬਾਥਰੂਮ ਕਰਨ ਗਿਆ ਜਾਂ ਕਿਤੇ ਹੋਰ, ਉਹ ਪਿੱਛੋਂ ਦੀ ਕਿਸੇ ਨੇ ਮੰਜਾ ਚੁੱਕ ਕੇ ਬਿਸਤਰੇ ਕਿਤੇ ਮਾਰਨੇ, ਮੰਜਾ ਕਿਤੇ ਮਾਰਨਾ, ਉਹ ਆ ਕੇ ਵੇਖਣਾ, ਭਾਈ ਸਾਹਿਬ ਮੇਰਾ ਮੰਜਾ ਕਿੱਥੇ ਗਿਆ, ਮੈਂ ਤਾਂ ਹੁਣ ਉੱਠਿਆ। ਕੂਲਰ ਇੱਕ ਹੋਣਾ, 20 ਜਾਣੇ ਪਏ ਹੋਣੇ, ਉਹ ਲੋਕਾਂ ਨੂੰ ਐ ਹੋਣਾ ਵੀ ਮੇਰੀ ਮੰਜੀ ਕੂਲਰ ਦੇ ਜਿੰਨੀ ਨੇੜੇ ਹੋ ਜੇ ਨਾ, ਤੇ ਉਹ ਐ ਹੁੰਦਾ ਸੀ ਵੀ 올림픽 'ਚ ਉਹਦਾ ਵੱਡਾ ਮੈਨੂੰ ਮੈਡਲ ਮਿਲ ਜਾਏਗਾ। ਉਹਦਾ ਹੀ ਆਪਣੇ ਜੱਜ ਸਮਝਦਾ ਸੀ। ਅੱਛਾ ਜਿਹਨੂੰ ਦਾਜ 'ਚ ਮਿਲਿਆ ਹੁੰਦਾ ਸੀ ਉਸ ਟਾਈਮ ਕੂਲਰ ਜਾਂ ਕੁਛ, ਉਹ ਹੱਕ ਨਾਲ ਅੱਗੇ ਪੈਂਦਾ ਸੀ ਵੀ ਮੇਰਾ ਕੂਲਰ ਹੈ, ਮੈਨੂੰ ਮਿਲਿਆ। ਪਰ ਲੋਕਾਂ ਦੀ ਉਸ ਟਾਈਮ ਸੇਲ ਚੰਗੀ ਸੀ, ਖੁੱਲੀ ਹਵਾ ਤੇ ਸੌਂਦੇ ਸੀ, ਸਵੇਰੇ ਟਾਈਮ ਨਾਲ ਉੱਠਦੇ ਸੀ, ਵਧੀਆ ਦੁੱਧ ਖੁਰਾਕਾਂ ਭਾਵੇਂ ਜਿਵੇਂ ਵੀ ਸੀ ਵਧੀਆ ਸੀ, ਵਧੀਆ ਉਸ ਟਾਈਮ ਤੇ ਵਧੀਆ ਸਨ। ਕੋਈ ਉਹਦਾ ਮਿਲਾਵਟ ਨਹੀਂ ਸੀ ਹੁੰਦੀ, ਜੋ ਖੇਤਾਂ 'ਚ ਲੋਕਾਂ ਦੀ ਚਲਾਕੀ ਨਹੀਂ ਸੀ, ਜ਼ਰੂਰਤਾਂ ਇੰਨੀਆਂ ਨਹੀਂ ਸੀ। ਵਿਆਹਾਂ ਸ਼ਾਦੀਆਂ 'ਚ ਬੱਸਾਂ ਭਰ ਕੇ ਤੁਰ ਜਾਣੇ, ਵਿਆਹ ਜਾਣ ਤੋਂ ਪਹਿਲਾਂ ਜੇ ਕਿਤੇ ਬਾਹਰ ਜਦੋਂ ਬਰਾਤ ਜਾਂਦੀ ਹੈ ਤੇ ਬਾਹਰ ਵੈਲਕਮ ਹੁੰਦਾ ਸੀ। ਹੁਣ ਤਾਂ ਕੋਲਡ ਡਰਿੰਕ, ਵੈਲਕਮ ਡਰਿੰਕਸ ਮਿਲਦੇ ਨੇ, ਉਹ ਸਾਨੂੰ ਮਿਲਣੇ ਕਰਨੇ ਬੱਤੇ, ਉਹ ਜਿਹੜੇ ਗੋਲੀ ਵਾਲੇ ਤੇ ਲਿਮਕੇ। ਸਾਨੂੰ ਤਾਂ ਉਹਦੀ ਚਾਹ ਹੋਣਾ ਵੀ ਵਿਆਹ ਨੂੰ ਕਿਲੋਮੀਟਰ ਪਹਿਲਾਂ ਨਾ ਆਪਾਂ ਜਿਹੜੇ ਬੱਤੇ ਮਿਲਣੇ ਹੋਏ। ਹਾਲਾਂਕਿ ਇਹ ਨਹੀਂ ਸੀ, ਬਸ ਇਹਨਾਂ ਚੀਜ਼ਾਂ ਤੇ ਚਾਹ ਸੀ, ਕੋਈ ਭੁੱਖ ਨਹੀਂ ਸੀ, ਚਾਹ ਹੁੰਦਾ ਸੀ। ਹੁਣ ਤੁਸੀਂ ਸੁਣਾਓ ਗੱਲਾਂ। ਬਸ ਬੇਟੇ ਮੈਂ ਉਸ ਤੋਂ ਵੀ ਇੱਕ ਸਮਾਂ ਪਹਿਲਾਂ ਜਿਹੜਾ ਦੇਖਿਆ ਹੋਇਆ ਹੈ, ਉਹ ਸਾਨੂੰ ਹੋਰ ਵੀ ਵਧੀਆ ਲੱਗਦਾ ਹੈ ਕਿ ਉਹ ਸਾਡਾ ਵੀ ਬਚਪਨ ਸੀ। ਬਚਪਨ ਦੇ ਵਿੱਚ ਜਿੱਥੇ ਅਸੀਂ ਖੇਡੇ ਜੰਮੇ ਵੱਡੇ ਹੋਏ, ਜੋ ਅਸੀਂ ਵੀ, ਜੋ ਸਾਡਾ ਉਸ ਵੇਲੇ ਵੀ ਸਾਡਾ ਹਨ ਪ੍ਰਵਾਨ, ਸਾਡੀਆਂ ਜੋ ਭੂਆ ਦੀਆਂ ਲੜਕੀਆਂ, ਇੱਕ ਭੂਆ ਦੀ ਪਿੰਡ ਹੁੰਦੇ ਸੀ, ਉਹਨਾਂ ਦੀਆਂ ਲੜਕੀਆਂ ਆਪਣੀ ਨਾਨਕਿਆਂ ਦੇ ਘਰੇ ਆਉਂਦੇ, ਰਲ ਕੇ ਖੇਡਣਾ। ਪਿੰਡ ਵਿੱਚ ਜੀ ਪਾਪਾ ਜੀ ਦਾ ਸਵਾ ਹੋਰ ਕਰਨਾ ਸੀ, ਉਹ ਪਿੰਡ ਵਿੱਚ ਅਸੀਂ ਨਹੀਂ ਸੀ ਕਦੇ ਗਏ। ਆਪਣੇ ਘਰ ਤੇ ਚਾਚੇ ਦੀਆਂ ਲੜਕੀਆਂ, ਭੂਆ ਦੀਆਂ ਲੜਕੀਆਂ, ਉਹਨਾਂ ਨਾਲ ਹੀ ਥੋੜਾ ਵਾਲਾ ਜਿੰਨਾ ਕੋਈ ਮੌਕਾ ਮਿਲਣਾ। ਅਤੇ ਮੰਮੀ ਡੈਡੀ ਜੋ ਵੀ ਹੁੰਦੇ ਸੀ, ਕੁੜੀਆਂ ਦੀ ਥੋੜੀ ਜ਼ਿੰਮੇਵਾਰੀ ਹੁੰਦੀ ਸੀ, ਮਾਂ ਬਾਪ ਦੇ ਨਾਲ ਥੋੜਾ ਜਿਹਾ, ਮਾਤਾ ਦੇ ਨਾਲ ਕੋਈ ਹੈਲਪ ਕਰਾਉਣੀ ਥੋੜਾ ਬੜਾ। ਬੱਚੇ ਉਦੋਂ ਕੁਝ ਜ਼ਿਆਦਾ ਹੁੰਦੇ ਸੀ, ਉਹ ਕੰਮ ਕਰਨਾ, ਮਾਵਾਂ ਨੂੰ ਬਹੁਤ ਕੰਮ ਹੁੰਦਾ ਸੀ। ਖੇਤੀਬਾੜੀ ਬੜੀ ਤਗੜੀ ਹੁੰਦੀ ਸੀ ਸਾਡੇ ਪਾਪਾ ਦੇ ਦਿਨਾਂ ਦੇ, ਤੇ ਖੇਤਾਂ ਦੇ ਵਿੱਚ ਰੋਟੀ 10-10 ਬੰਦਿਆਂ ਦੀ ਜਾਂਦੀ ਸੀ। ਉਸ ਵੇਲੇ ਤੰਦੂਰਾਂ ਦਾ ਕੰਮ ਜ਼ਿਆਦਾ ਸੀ, ਤੇ ਮਾਤਾ ਦੀ ਹੈਲਪ ਪੂਰੀ ਕਰਾਉਣੀ। ਉਸ ਵੇਲੇ ਕਮਾਵਾਂ ਵੀ ਬਹੁਤ ਹੁੰਦੀਆਂ। ਹੁਣ ਤੰਦੂਰਾਂ ਨੂੰ, ਤੰਦੂਰ ਦੀ ਰੋਟੀ ਨੂੰ ਚੁੰਗਾ ਲਾਉਣਾ, ਚੁੰਗੇ ਕਰਦੇ। ਇਹ ਕਿਸੇ ਨੂੰ ਪਤਾ ਨਹੀਂ ਹੋਣਾ, ਤੁਹਾਨੂੰ ਦੱਸਣਾ ਚੁੰਗਾ ਕੀ ਹੁੰਦਾ ਹੈ। ਤੰਦੂਰ ਦੀ ਰੋਟੀ ਦਾ ਉੱਪਰਲਾ ਪਰਦਾ ਪਾੜ ਕੇ ਵਿੱਚ ਉਹਦਾ ਜਿਹੜਾ ਘਿਓ ਆਪਾਂ ਰੱਖ ਲਾਉਂਦੇ ਆ, ਉਹ ਬਾਹਰ ਨਾ ਲੱਗੇ, ਦੈਟ ਇਜ਼ ਕਾਲਡ ਚੁੰਗਾ। ਫਿਰ ਅਸੀਂ ਵੀ ਛੋਟੇ ਪਾਵਾਂ ਦੀ ਪੂਰੀ ਵਾਲੀ ਅਸੀਂ ਵੀ ਚੁੱਕੀਆਂ ਹੋਈਆਂ ਨੇ। ਸਾਡੇ ਸੀਰੀਂ ਜਿਹੜੇ ਹੁੰਦੇ ਸੀ, ਜਿਨ੍ਹਾਂ ਦੇ ਨਾਲ ਹਿੱਸਾ ਪੱਤੀ ਹੁੰਦਾ, ਉਹਨਾਂ ਦੀਆਂ ਘਰ ਵਾਲੀਆਂ, ਉਹਨਾਂ ਦੀਆਂ ਮਾਵਾਂ ਭੈਣਾਂ, ਉਹ ਆਉਂਦੀਆਂ, ਉਹ ਚੋਣੀਆਂ ਹੁੰਦੀਆਂ, ਫਿਰ ਵੰਡ ਵਡਾਈ ਹੋਣੀ, ਢੇਰੀਆਂ ਪੈਣੀਆਂ। ਫਿਰ ਉਦੋਂ ਊਠ ਦੇਖੇ ਨੇ, ਉਦੋਂ ਟਰੈਕਟਰ ਨਹੀਂ ਸੀ,
ਅੱਖਾਂ ਦੇ ਉੱਤੇ ਜਿਹੜੇ ਸਾਡੇ ਬਾਣੀਆਂ ਜੱਤੀ ਹੁੰਦੇ ਸੀ ਉਹਨਾਂ ਦੇ ਉੱਤੇ ਲੱਗ ਕੇ ਗੋੜੇ ਭਰ ਕੇ ਤੇ ਫਿਰ ਉਹ ਜਿਹੜੀ ਨੇੜੇ ਦਾ ਸ਼ਹਿਰ ਸੀ ਜੋ ਉਸ ਵੇਲੇ ਲੰਗੋਵਾਲ ਸੀ ਜਾਂ ਕਿਤੇ ਉੱਥੇ ਜਾਣਾ। ਤੇ ਉਹ ਇੰਨੀ ਜ਼ਿੰਦਗੀ, ਕੋਈ ਕਿਸੇ ਦੇ ਕਰਜ਼ਾ ਨਹੀਂ ਸੀ ਹੁੰਦਾ, ਕੋਈ ਕਿਸੇ ਤੋਂ ਹੱਥ ਕਰਕੇ ਪੈਸਾ ਵੀ ਨਹੀਂ ਸੀ ਮੰਗਦਾ, ਤੇ ਘਰ ਦੀ ਸਾਡੀ ਖੁਰਾਕ ਗੁੜ ਕਰਦੇ, ਸਾਰਾ ਬਤਾਣੇ ਕਰਦੇ, ਛੋਲੇ ਹੋਰ ਜੋ ਵੀ ਇਹ ਚੀਜ਼ਾਂ ਪਿਓਰ ਖਾਂਦੇ ਸੀ। ਔਰ ਲੜਕੀਆਂ ਲੜਕੇ ਉਸ ਵੇਲੇ ਜਿਹੜੇ ਹੁੰਦੇ ਸੀ ਉਹਦੇ ਜਵਾਨੀ ਜਾਂ ਘਰ ਉਹ ਇੰਨੇ ਸੁੰਦਰ ਹੁੰਦੇ ਸੀ। ਕਿਸੇ ਲੜਕੀ ਨੇ ਬਿਊਟੀ ਪਾਰਲਰ ਦੇ ਨਹੀਂ ਜਾਣਾ। ਜਦੋਂ ਵਿਆਹ ਸ਼ਾਦੀ ਕਰਦੇ ਘਰੇ ਹੀ ਉਹਨਾਂ ਦੀ ਤਿਆਰੀ ਹੁੰਦੀ, ਘਰੇ ਲਾਵਾ ਕੋਈ ਹੁੰਦੀ, ਘਰੇ ਹੀ ਉਹਨਾਂ ਦਾ ਜੋ ਨਾਨਕੇ ਦਾਤੇ ਕੱਪੜੇ ਲਿਆਉਂਦੇ ਉਹ 'ਚ ਪਾਉਣਾ। ਔਰ ਬਹੁਤ ਹੀ ਜੋ ਵੀ ਉਹਨਾਂ ਦਾ ਉਸ ਵੇਲੇ ਬਿਲਕੁਲ ਸਿੰਪਲ ਕੁੜੀ ਨੂੰ ਸਹੁਰੇ ਘਰ ਤੋਰਿਆ ਜਾਣਾ। ਸਿਰਫ ਉਹ ਜੀਤ ਦਾਦਾ ਕੋਈ ਲਾਣਾ ਪਾ। ਔਰ ਕੁੜੀਆਂ ਇੰਨੀਆਂ ਸੁੰਦਰ ਲੱਗਦੀਆਂ, ਔਰ ਮੁੰਡੇ ਇੰਨੇ ਵਧੀਆ ਲੱਗਦੇ, ਕੋਈ ਮਾਪਿਆਂ ਦਾ ਖਰਚਾ ਵੀ ਨਹੀਂ ਸੀ ਹੁੰਦਾ। ਵਿਆਹਾਂ 'ਚ ਵੀ ਮੁੱਢਾ ਹੀ ਖਰਚਾ ਹੁੰਦਾ ਸੀ। ਚਲੋ ਜੋ ਖਾਂਦੇ ਪੀਂਦੇ ਸੀ ਉਹਨਾਂ ਨੂੰ ਕੋਈ ਸ਼ਰਾਬ ਮਿਲ ਜਾਣੀ, ਕੋਈ ਮੀਟ ਮਿਲ ਜਾਣਾ, ਕੋਈ ਹੋਰ ਹੋ ਜਾਣਾ, ਖੁੱਲੀ ਭਾਜੀ ਖੁੱਲਾ ਮੇਲ 8-8 ਦਿਨ ਬੈਠਾ ਰਹਿੰਦਾ। ਤੇ ਉਹਨਾਂ ਵਿਆਹਾਂ ਦੇ ਵਿੱਚ ਤੇ ਅੱਜ ਦੇ ਵਿਆਹਾਂ 'ਚ ਬਹੁਤ ਫਰਕ ਹੈ। ਅੱਜ ਦੇ ਵਿਆਹ ਤੇ ਪੈਸਾ ਨਹੀਂ ਸੀ ਰਹਿ ਜਾਂਦੇ, ਘਰਾਂ ਵਿੱਚ ਤੇ ਕੋਈ ਸਾਧਨ ਨਹੀਂ ਕਰਦਾ। ਘਰਾਂ ਨੂੰ ਤਾਂ ਤਾਲੇ ਮਾਰਦੇ ਲੋਕੀ ਪੈਸਾ ਵਿੱਚ ਹੀ ਚਲੇ ਜਾਂਦੇ ਨੇ, ਜਾਂ ਆਪਣੇ ਪਿੱਛੇ ਕੋਈ ਹੋਰ ਕੋਈ ਥੋੜਾ ਬੜਾ ਜ਼ਿੰਮੇਦਾਰ ਬੰਦੇ ਨੂੰ ਜੀ ਆਪਾਂ ਡਿਊਟੀ ਦੇ ਕਰਨੇ ਹੁੰਦੇ ਆ। ਤੇ ਬਸ ਜੀ ਜਾਂ ਨੱਚ ਨਹੀਂ ਰਹਿ ਗਿਆ, ਨੱਚੀ ਚਲੋ ਡੀਜੇ ਦੇ ਉੱਤੇ। ਕੋਈ ਆਪਣਾ ਵਧੀਆ ਸੀ ਸੁਹਾਗ, ਵਧੀਆ ਘੋੜੀਆਂ ਜੋ ਉਸ ਵੇਲੇ ਗਾਇਆ ਜਾਂਦਾ ਸੀ, ਉਹ ਅੱਜ ਨਹੀਂ। ਅੱਜ ਸਿਰਫ ਲੱਤਾਂ ਪੈਰ ਤੇ ਬਾਹਾਂ ਹੀ ਮਾਰਦੀਆਂ। 1992-93 ਦੀ ਗੱਲ ਹੈ ਜਦੋਂ ਮਾਮੇ ਮੇਰੇ ਦਾ ਵਿਆਹ ਹੋਇਆ ਛੋਟੇ ਦਾ, ਤੇ ਮੈਂ ਉਸ ਟਾਈਮ ਹੋਊਗਾ ਦੂਜੀ ਤੀਜੀ 'ਚ, ਤੇ ਮੈਂ ਸਰਬਾਦਾ ਬਣਿਆ ਸੀ। ਤੇ ਤੁਸੀਂ ਮੰਨੋਗੇ ਨਹੀਂ ਕਿ ਜਦੋਂ ਉੱਥੇ ਭੰਗੜੇ ਦੀ ਵੀਡੀਓਸ ਉਸ ਵਿਆਹ ਦੇ ਵਿੱਚ ਸ਼ੂਟ ਕੀਤੀ ਗਈ, ਸਿਰਫ ਔਰ ਸਿਰਫ ਇੱਕ ਸੀਨ ਲੈਣ ਵਾਸਤੇ ਸ਼ੂਟ ਕੀਤੀ ਗਈ ਸੀ, ਜਿਹਦੇ ਵਿੱਚ ਕੋਈ 뮤직 ਨਹੀਂ ਸੀ। ਔਰ ਹਾਰਡਲੀ ਉਹ ਹੋਣੀ ਹੈ 18 ਸੈਕਿੰਡ ਦੀ ਬਸ, ਜਿਹਦੇ ਵਿੱਚ ਸਾਨੂੰ ਬਾਂਦਰ ਟਪੂਸੀਆਂ ਲਾਉਣ ਨੂੰ ਕਿਹਾ ਸੀ ਬਿਨਾਂ ਕਿਸੇ ਗੱਲੋਂ। ਠੀਕ ਹੈ, ਹੋਰ ਉਹਦੇ ਵਿੱਚ ਕੋਈ ਵਿਆਹ ਦੇ ਵਿੱਚ ਨਾਚ, ਕੋਈ ਗਾਣਾ, ਕੋਈ ਹੋਰ ਨਹੀਂ। ਔਰ ਜਿਹੜੇ ਸੌਂਗ ਸੀ ਕਲਚਰਲ ਸੀ, ਮੋਟੀਵੇਸ਼ਨਲ ਸੀ, ਵਾਰਾਂ ਸੀ, ਚੰਗੇ ਪੁਰਾਣੇ ਲੋਕ ਗੀਤ ਸੀ। ਠੀਕ ਹੈ ਜੀ। ਤੇ ਬਾਕੀ ਜਿਵੇਂ ਮਾਤਾ ਜੀ ਹੁਣਾਂ ਨੇ ਹਨਾ ਤੁਹਾਡੇ ਨਾਲ ਕਾਫੀ ਸਾਂਝੀ ਗੱਲਾਂ ਕੀਤੀਆਂ, ਤੇ ਖੁਰਾਕਾਂ ਦੀਆਂ, ਸਿਹਤਾਂ ਦੀਆਂ। ਅਸੀਂ ਆਪਾਂ ਕਹਿੰਦੇ ਝੋਟਾ ਢਾਲਿਆ ਜਾਂ ਝੋਟਾ, ਮਤਲਬ ਆਪਾਂ ਗੱਲ ਕਰਦੇ ਹਾਂ ਝੋਟੇ ਵਰਗਾ ਜਾਂ ਸਾਂਢ ਹੈ। ਉਹ ਕਿਉਂ ਕਹਿੰਦੇ ਸੀ ਕਿ ਅਸੀਂ ਆਪਣੀ ਅੱਖੀ ਵੇਖਿਆ, ਮੇਰੇ ਖੁਦ ਦੇ ਮਾਮੇ ਦੇ ਮੁੰਡੇ ਝੋਟੇ ਢਾਉਂਦੇ ਰਹੇ ਨੇ। ਜਦੋਂ ਝੋਟੇ ਨੂੰ ਨੱਥ ਪਾਉਣੀ ਹੁੰਦੀ ਹੈ ਨਾ, ਕਿਸੇ ਨੂੰ ਪਤਾ ਨਹੀਂ, ਸਭ ਤੋਂ ਔਖੀ ਹੁੰਦੀ ਨੱਥ ਪਾਉਣੀ ਝੋਟੇ ਨੂੰ, ਉਹਨੂੰ ਨੱਥ ਮਾਰਨੀ। ਜਦੋਂ ਨੱਥ ਮਾਰਦੇ ਸੀ ਤੇ ਜਦੋਂ ਝੋਟਾ ਦਾ ਦੋਵੇਂ ਪੈਰ ਲਾ ਕੇ ਖੜਾ ਹੋ ਜਾਂਦਾ, ਇੱਥੋਂ ਫੜ ਕੇ ਖੜੇ ਕਰਕੇ ਥੱਲੋਂ ਲੱਤ ਡਾ ਕੇ ਥੱਲੇ ਡੇਗ ਦਿੰਦੇ ਸੀ। ਇਹ ਮੇਰੀ ਅੱਖੀ ਵੇਖੀਆਂ ਚੀਜ਼ਾਂ ਨੇ, ਜਿਹੜੇ ਬੰਦੇ ਕਹਿੰਦੇ ਝੋਟਿਆਂ ਵਰਗੇ ਬੰਦੇ ਨੇ। ਠੀਕ ਹੈ, ਅੱਜ ਨਹੀਂ ਹੈਗੇ। ਅੱਜ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਨੱਥ ਕੀ ਮਾਰਨੀ, ਕਿਵੇਂ ਮਾਰਨੀ। ਠੀਕ ਹੈ, ਤੇ ਉਹ ਜਿਹੜੇ ਲੋਕ ਸੀ ਬੜੇ ਰੀਅਲ ਜਿਹੇ ਲੋਕ ਸੀ। ਇਹ ਨਹੀਂ ਸੀ ਕਿ ਜੇ ਚਾਹ ਪੀਣੀ ਉਹਨਾਂ ਨੇ ਤੇ ਚਾਹ ਹੀ ਪੀ ਜਾਣੀ, ਚਾਹ ਫਿਰ ਡੋਲੂ ਹੀ ਪੀ ਲੈਣੀ ਸਿੱਧਾ ਮੂੰਹ ਨੂੰ। ਠੀਕ ਹੈ, ਹੋਰ ਕੋਈ ਬਾਣੀਆਂ ਖੁਰਾਕਾਂ ਨਹੀਂ ਸੀ ਉਹਨਾਂ ਦੇ ਲੋਕਾਂ ਦੀਆਂ। ਤੇ ਸ਼ਾਇਦ ਅੱਜ ਤਾਂ ਹੀ ਉਹ ਬਚੇ ਪਏ ਨੇ ਉਹਨਾਂ ਖੁਰਾਕਾਂ ਕਰਕੇ। ਸਾਈਕਲ ਇੰਨਾ ਚੱਲਦਾ ਸੀ, ਬੁੱਗੀ ਪੱਠਿਆਂ ਵਾਲੀ ਹੈਨਾ, ਉਹ ਲੈ ਕੇ ਜਾਣੀ ਰੇਹੜੀ, ਤੇ ਉਹ ਜਾਣਾ ਜੀ ਪੰਡਾਂ ਦੀ ਪੰਡਾਂ। ਅੱਛਾ, ਜਦੋਂ ਕਣਕ ਵੱਢਦੇ ਸੀ ਤੇ ਜਦੋਂ ਵਾਢੀਆਂ ਹੁੰਦੀਆਂ ਸੀ, ਹੁਣ ਜਦੋਂ ਕੰਬਾਈਨਾਂ ਨੇ, ਤੇ ਇੱਕ ਇੱਕ ਬੰਦਾ ਰੋਜ਼ ਦੀ ਕਿੰਨੀ ਕਣਕ ਵੱਢਦਾ ਸੀ। ਔਰ ਜ਼ਮੀਨਾਂ ਸੀ ਖੁੱਲੀਆਂ, ਇਹਦੇ ਜ਼ਮੀਨਾਂ ਮਾੜੀਆਂ ਸੀਗੀਆਂ, 60-60 ਕਿੱਲੇ ਹੋਣੇ, ਉਹ ਵੱਢਣੇ ਹੱਥਾਂ ਦੇ ਨਾਲ। ਤੇ ਬਿਮਾਰੀਆਂ ਕਿੱਥੋਂ ਛੂ ਜਾਣੀਆਂ ਸੀ। ਫਾਂਡ ਲਾ ਨਹੀਂ ਬਰਾਬਰ ਬਾਤ ਹੁੰਦਾ ਹੈ, ਇਹ ਕਿਹੜਾ ਅੱਗੇ ਜਾਂਦਾ ਕਿਹੜਾ ਪਿੱਛੇ ਰਹਿੰਦਾ, ਇਦਾਂ ਬਰਾਬਰ ਚੱਲਦੀ। ਭੀੜ ਬੜੀ ਘੱਟ ਸੀ, ਰਸ਼ ਬਹੁਤ ਘੱਟ ਸੀ, ਸੜਕਾਂ ਸਾਫ਼ ਸੀ, ਸਾਈਕਲ ਦਾ ਜ਼ਮਾਨਾ ਸੀ, ਸਕੂਟਰ ਕਿਸੇ ਟਾਵੇਂ ਕੋਲ ਸੀ, ਕੋਈ ਧੂੰਆਂ ਰੋਲੀ ਨਹੀਂ ਸੀ। ਅੱਜ ਜੋ ਕਿ ਧੂੰਆਂ ਹੈ ਸੜਕਾਂ ਤੇ, ਰੌਲਾ ਰੱਪਾ, ਕੋਈ ਲੋਕ ਦਿਖਾਵਾ ਨਹੀਂ ਸੀ। ਤੇ ਮਤਲਬ ਮੈਂ ਸਿਰਫ ਪੇਂਡੂ ਕਲਚਰ ਦੀ ਗੱਲ ਨਹੀਂ ਕਰਦਾ, ਉਸ ਤੋਂ ਬਾਅਦ ਜੋ ਅਸੀਂ ਵੱਡੇ ਹੋਏ ਲਾਈਕ ਮੈਂ ਵੀ ਗਰੋਨ ਅਪ, ਤੇ ਅਸੀਂ ਪਹਾੜਾਂ ਤੇ ਜਾਣਾ, ਕੁੱਲੂ ਮਨਾਲੀਆਂ ਤੇ ਜਾਂ ਇੱਧਰ ਕਿਤੇ ਜਾਣਾ, ਉਸ ਟਾਈਮ ਵੀ ਤੁਸੀਂ ਮੰਨੋਗੇ ਕਿ ਉਸ ਇਲਾਕੇ ਦੇ ਵਿੱਚ ਵੀ ਸ਼ਾਂਤੀ ਸੀ। ਉਹ ਧੂੰਆਂ ਨਹੀਂ ਸੀ, ਬਹੁਤੀਆਂ ਗੱਡੀਆਂ ਨਹੀਂ ਸੀ,
ਲੋਕ ਬੜੇ ਮਿਲਣਸਾਰ ਸੀ, ਮੌਸਮ ਦਾ ਵੀ ਆਨੰਦ ਆਉਂਦਾ ਸੀ। ਪਿਆਰ ਸੀ ਲੋਕਾਂ ਦੇ ਪਿਆਰ। ਚੰਡੀਗੜ੍ਹ ਸ਼ਹਿਰ ਵਰਗੇ 'ਚ ਵੀ ਭੀੜਾਂ ਨਹੀਂ ਸੀ, ਚੰਡੀਗੜ੍ਹ ਵਰਗੇ ਸ਼ਹਿਰ 'ਚ ਵੀ ਭੀੜ ਜਮੇ ਨਹੀਂ ਸੀ ਹੁੰਦੀ ਉਹਨਾਂ ਟਾਈਮਾਂ ਦੇ। ਹਾਂਜੀ ਹਾਂਜੀ। ਇੰਨੀਆਂ ਗੱਡੀਆਂ ਨਹੀਂ ਸੀ। ਗੱਡੀਆਂ ਕਿਹੜੀ ਸੀ, ਕਿਸੇ ਕੋਲ ਮਾਰੂਤੀ ਹੋਣੀ 85 ਮਾਡਲ, ਜਾਂ ਉਹ ਦੂਸਰੀ ਹੁੰਦੀ ਸੀ 100 ਜਿਹੜੀ ਮਾਰੂਤੀ ਵਾਲਿਆਂ ਦੀ 1000 ਜਿਹੜੀ ਆਉਂਦੀ ਹੈ ਗੱਡੀ, ਉਹ ਹੁੰਦੀ ਸੀ। ਮੈਨੂੰ ਨਾਮ ਭੁੱਲ ਗਿਆ ਉਹਦਾ। ਤੇ ਉਹ ਆ ਇੱਕ ਦੋ ਜਾਂ ਹੁੰਦੀਆਂ ਸੀ ਆਪਣੀਆਂ ਫੀਟ ਗੱਡੀਆਂ, ਠੀਕ ਹੈ, ਇਹ ਲੋਕਾਂ ਨੇ ਲੈ ਕੇ ਜਾਣੀਆਂ। ਤੇ ਉਹ ਵੀ ਵਿਆਹ ਜਦੋਂ ਹੋਣਾ ਤੇ ਵਿਆਹ ਦੇ ਵਿੱਚ ਜਿਹੜੀ ਡੋਲੀ ਵਾਲੀ ਗੱਡੀ ਬਣਦੀ ਹੁੰਦੀ ਸੀ, ਉਹ ਬਣਦੀ ਸੀ ਮਾਰੂਤੀ ਵੈਨ ਜਾਂ ਮਾਰੂਤੀ ਕਾਰ। ਉਹ ਮੈਨੂੰ ਅੱਜ ਵੀ ਯਾਦ ਹੈ, ਮੇਰੇ ਮੁੰਡੇ ਨੇ ਤੋਤੀ ਹੁੰਦਾ ਜਿਹੜਾ ਲੌਂਗੋਵਾ, ਉਹ ਗੱਡੀਆਂ ਸਿਖਾਉਂਦਾ ਸੀਗਾ। ਤੇ ਮਾਮੇ ਦਾ ਮੁੰਡਾ ਸਿੱਖਣ ਲੱਗਾ, ਉਸਤਾਦ ਸੀ ਉਹਦਾ। ਤੇ ਮੇਰੇ ਮਾਮੇ ਵੱਡੇ ਦਾ ਵੀਰੇ ਦਾ ਦੋਸਤ ਸੀ ਚੰਗਾ, ਉਹ ਤੋਤੀ ਦੀ ਗੱਡੀ ਸ਼ਿੰਗਾਰ ਲਈ ਇਹਨਾਂ ਨੇ ਮਾਮੇ ਸ਼ੇਗੇ ਦੇ ਵਿਆਹ ਨੂੰ। ਉਹ ਜਦੋਂ ਪਤਾ ਤਾਂ ਹੈ ਨਹੀਂ ਸੀ ਕਿਸੇ ਨੂੰ, ਜਦੋਂ ਉਹਦੇ ਤੇ ਫੁੱਲ ਚਿਪਕਾਉਣੇ ਸੀ ਜਾਂ ਲਾਉਣੇ ਸੀ ਰਾਤ ਨੂੰ, ਇਹਨਾਂ ਨੇ ਕੀ ਕੀਤਾ, ਫੈਵੀਕੋਲ ਲਾ ਕੇ ਸਾਰੀ ਗੱਡੀ ਤੇ ਲਾਤਾ ਤੇ ਨਾਲ ਫੁੱਲ। ਉਹ ਫੁੱਲ ਐਸੇ ਚਿਪੇ ਮੁੜ ਕੇ ਪੱਟ ਕੇ ਉਹ ਗੱਡੀ ਦਾ ਸਾਰਾ ਰੰਗ ਲਾਇਆ ਫਿਰ ਇਹਨਾਂ ਨੇ। ਉਹ ਗੱਡੀ ਜ਼ੀਰੋ ਕਰਤੀ ਸੀ, ਤੋਤੀ ਦੀ ਗੱਡੀ ਮੈਨੂੰ ਯਾਦ ਹੈ। ਉਹ ਤੋਤੀ ਵੀ ਰੋਂਦਾ ਹੋਣਾ, ਤੋਤੀ ਦੀ ਗੱਡੀ ਨਾਲ ਜ਼ੀਰੋ ਕੀਤੀ ਸੀ। ਮਤਲਬ ਉਸ ਟਾਈਮ ਮਾਰੂਤੀਆਂ ਗੱਡੀਆਂ ਦੇ ਫਰਾਤਾਂ ਜਾਣੀਆਂ, ਤੇ ਜਦੋਂ ਵੀਡੀਓ ਦੇਖਣੀਆਂ ਤਾਂ ਇੱਕ ਦੀਆਂ ਤਿੰਨ ਕਰਦੇ ਨੇ, ਇੱਕ ਦੀਆਂ ਐ ਗੋਲੇ 'ਚ ਘੁਮਾਉਣੀਆਂ, ਤੇ ਬੜਾ ਮਜ਼ਾ ਆਉਣਾ ਵਿਆਹਾਂ ਦਾ। ਉਹ ਲਾ ਕੇ ਸਾਰੇ ਪਰਿਵਾਰ ਨੇ ਬਹਿ ਕੇ ਦੇਖਣਾ। ਫਿਰ ਉਹ ਉਸ ਵੇਲੇ ਵਿਆਹ ਵਿੱਚ ਕੋਈ ਵੀ ਆਪਣੇ ਆਪ ਨੂੰ ਸਾਡੇ ਡੈਡੀ ਦੀ ਬੜੀ ਟੌਰ ਹੁੰਦੀ ਸੀ। ਡੈਡੀ ਸਾਡੇ ਉਸ ਟਾਈਮ ਪ੍ਰਮੋਟ ਨਹੀਂ ਸੀ ਹੋਏ, ਜੇਈ ਸਨ, ਤੇ ਬਾਅਦ ਚ ਇੰਜੀਨੀਅਰ ਐਸਡੀਓ ਹੋ ਗਏ ਸੀ ਪ੍ਰਮੋਟ। ਤੇ ਉਸ ਟਾਈਮ ਉਹਨਾਂ ਨੇ ਫਿਰ ਅਲੱਗਾ ਗੱਡੀ ਕਰਕੇ ਆਉਣਾ ਹੈ, ਨਾਲ ਕੋਈ ਨਾ ਕੋਈ ਮੁਲਾਜ਼ਮ ਹੋਣਾ ਉੱਥੋਂ ਦਾ। ਤੇ ਅਸੀਂ ਡੈਡ ਬੜਾ ਟੌਰ ਨਾਲ ਜਾਣਾ ਜੀ, ਸਾਡੀ ਬੜੀ ਵੀਆਈਪੀ ਟੌਰ ਹੋਣੀ ਹੈ, ਭੈਣ ਭਰਾਵਾਂ ਸਾਰੇ ਤਿੰਨਾਂ ਦੀ। ਤੇ ਤੁਸੀਂ ਇਹ ਮੰਨੋ ਕਿ ਬੜਾ ਇੱਕ ਸਵਰਗ ਵਰਗਾ ਉਹ ਮਾਹੌਲ ਹੋਣਾ ਹਨਾ। ਤੇ ਅਸੀਂ ਜਾਮ ਨੂੰ ਵੀ ਤੋੜੇ ਨੇ ਚੜ ਕੇ। ਇਹ ਨਹੀਂ ਹੈਗਾ ਵੀ ਅਸੀਂ ਇਕੱਲੇ ਸ਼ਹਿਰੀ ਸੀ ਤੇ ਕੋਲੇ ਸੀ, ਕੋਲੜ ਕੋਈ ਨਹੀਂ ਸੀ ਅਸੀਂ, ਠੀਕ ਹੈ। ਅਸੀਂ ਕਿੱਕਰਾਂ ਦੇ ਵੀ ਚੜੇ, ਅਸੀਂ ਗੋਤੇ ਵੀ ਖਾਦੇ ਸੀ, ਮੱਝਾਂ ਦੇ ਵੀ ਮੈਂ ਚੜਿਆ। ਰੱਬੋ ਇਹ ਹੋ ਗਿਆ ਸੀ, ਮੱਝ ਵੜ ਗਈ ਛੱਪੜ ਤੇ, ਅੱਗੇ ਚਾਚੇ ਦਾ ਮੁੰਡਾ ਸੀ, ਮੈਂ ਉਹਨੇ ਛਾਲ ਮਾਰੀ ਨਾਲ ਮੈਂ ਟੇਨੇ, ਸਾਨੂੰ ਛੱਪੜ ਦੇ ਲੈ ਤੁਰੀ ਸੀ ਉਹ ਗੋਲਡੀ ਸੀ ਉਸ ਤੇ ਸੂਇਆਂ 'ਚ ਵੱਡੇ ਵੀਰ ਨੂੰ ਨਹੀਂ ਨਹਾਤੇ ਤੇ ਮੈਂ ਤਾਂ ਨਹੀਂ ਨਹਾਤਾ। ਤੇ ਸੋ ਇਹੋ ਜਿਹਾ ਮਾਹੌਲ ਸੀ। ਤੇ ਭਾਈ ਰੁਕ ਜਾਓ ਜਿਹੜਾ ਵੀ ਹੈ, ਤੇ ਬੜੇ ਇਹੋ ਜਿਹੇ ਮਾਹੌਲ ਸੀ, ਬਹੁਤ ਵਧੀਆ ਆਨੰਦ ਸੀ। ਤੇ ਹਜੇ ਰੋਟੀ ਨਹੀਂ ਖਾਣੀ ਕਿਸੇ ਨੇ, ਇਹ ਡੇਟ ਕਰਨੀ ਪੈ ਕਰੇਗੀ ਤੁਹਾਨੂੰ। ਹਾਂ, ਤੇ ਉਹ ਮਤਲਬ ਮਾਹੌਲ ਉਹ ਸਮੇਂ ਸੀ। ਹਾਲਾਂਕਿ ਅੱਜ ਅਸੀਂ ਤੇਜ਼ੀ ਦੀ ਗੱਲਾਂ ਯਾਦ ਕੀਤੀਆਂ ਨੇ, ਜੇ ਸਮਾਂ ਖੁੱਲ੍ਹਾ ਹੋਵੇ ਫਿਰ ਤਾਂ ਗੱਲਾਂ ਆਪ ਮੁਹਾਰੇ ਯਾਦ ਹੋਈ ਕੁਝ ਨਾ ਕੁਝ ਬੱਚੇ ਪੇਂਟੂ ਤਬਕੇ ਵਿੱਚ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਦੇਵਾਂ ਕਰਾਂਗੇ, ਪੁਰਾਣੀਆਂ ਗੱਲਾਂ ਬਾਰੇ ਦੱਸਾਂ ਕਰਾਂਗੇ। ਜਿਵੇਂ ਅੱਜ ਆਪਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਯਾਰ ਵੀ ਫਲਾਨੀ ਚੀਜ਼ ਨੂੰ ਕੀ ਕਹਿੰਦੇ, ਹਾਲਾਂਕਿ ਸਾਨੂੰ ਵੀ ਇੰਨਾ ਨਹੀਂ ਪਤਾ, ਲੇਕਿਨ ਫਿਰ ਵੀ ਜਿੰਨਾ ਕੁ ਪਤਾ ਮਾਤਾ ਜੀ ਨੂੰ ਬਹੁਤ ਪਤਾ ਹੈ। ਪੁਰਾਣੀਆਂ ਕਹਾਵਤਾਂ ਦਾ ਕੁਝ ਪਤਾ ਹੈ ਹਨਾ। ਉਹ ਜਿਵੇਂ ਉਹ ਕਿਹੜੀ ਕਹਾਵਤ ਮੰਮੀ ਸਾਡੀ ਬੋਲਦੀ ਹੁੰਦੀ ਹੈ, ਜਵਾਈ ਪਤਾ ਨਹੀਂ ਉਸ ਕੀ ਉਹਦੀ ਛਾਂ ਜਿੱਥੇ ਦਾ ਕੁੱਤਾ ਪਵੇ ਨਾ ਤਾਂ। ਹਾਂ ਇਹ ਵੀ ਉਹਦੀ ਜਵਾਈ ਦੀ ਕਹਾਵਤ ਕੀ ਹੈ, ਜਵਾਈ ਦੀ ਪਤਾ ਨਹੀਂ ਕੀ ਛਾਂ ਨਾ ਬੋਲੇ ਕੁੱਤਾ ਨਾ। ਜਵਾਈ ਆਤੇ ਆਪਣੇ ਘਰ ਵਿੱਚ ਹੀ ਠੀਕ ਲੱਗਦੇ ਨੇ, ਮਤਲਬ ਕਹਿਣ ਦਾ ਭਾਵ ਤੇ ਇਹ ਵੇ ਜੇ ਕੋਈ ਜਵਾਈ ਮਤਲਬ ਇਹੋ ਜਿਹੀ ਕਹਾਵਤਾਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਐ ਨਹੀਂ ਵੀ ਯਾਦ ਕਰਕੇ ਜਿਹੜੀ ਆਮ ਮੁਹਾਰੇ ਨਿਕਲਣੀਆਂ, ਉਹ ਜ਼ਰੂਰ ਦੱਸਾਂ ਕਰਾਂਗੇ, ਸ਼ੇਅਰ ਕਰਾਂਗੇ। ਜਵਾਈ ਵੀ ਪੁੱਤਰ ਹੁਣ ਕਹਿੰਦੇ ਨੇ, ਪੁੱਤਰਾਵਾਂ ਦੀ ਕਰਦੇ ਨੇ ਤਿਆਰ, ਉਹ ਸਮਾਂ ਸੀ ਜਵਾਈ ਵਿੱਚ ਜਵਾਈ ਲੋਕਾਂ ਨੂੰ। ਚਲੋ ਅੰਮ੍ਰਿਤਸਰ ਦਾ ਜਿਹੜਾ ਏਰੀਆ ਉਹਨਾਂ ਨੂੰ ਤਾਂ ਚਲੋ ਪਤਾ ਹੋਣਾ। ਤੇ ਜਿਹੜਾ ਸਾਡਾ ਰਿਫਿਊਜੀ ਜਿਹੜੇ ਸੀ ਮਾਈਗ੍ਰੇਟਡ ਸੀ ਜਿਹੜਾ ਸ਼ੇਖੂਪੁਰੀ ਲਾਹੌਰ, ਸਾਡੇ ਵੱਡੇ ਵਡੇਰੇ ਅਸੀਂ ਸਾਡਾ ਉੱਥੇ ਸ਼ੇਖੂਪੁਰਾ ਡਿਸਟ੍ਰਿਕਟ ਸੀ, ਕਈਆਂ ਦਾ ਲਾਹੌਰ ਹੈ, ਕਈਆਂ ਦਾ ਕੋਈ ਹੈ, ਠੀਕ ਹੈ। ਤੇ ਉਹ ਦੂਜੇ ਵੀ ਕਿਹੜੇ ਹੁੰਦੇ ਨੇ, ਜਿਹੜੇ ਇੱਕ ਹੁੰਦੇ ਨੇ ਆਪਣੇ ਲਾਹੌਰੀਏ, ਇੱਕ ਸ਼ੇਖੂਪੁਰੀ ਤੇ ਤੀਜੇ ਲਹਿਰਪੁਰੀਏ, ਇਹ ਵਾਵੇ ਹੁੰਦੇ ਨੇ ਇਸ ਤਰੀਕੇ ਨਾਲ, ਗੁੱਜਰਾਂ ਵਾਲੇ ਫਲਾਣੇ ਵਾਲੇ। ਸਾਡੇ ਕੁਝ ਵੱਡੇ ਆਏ ਨੇ ਬਾਹਰੋਂ, ਅਸੀਂ ਤੇ ਘਰੇ ਇੱਧਰ ਦੇ ਜਨਮ ਪਾਲਾ। ਹਾਂਜੀ ਹਾਂ, ਸਾਨੂੰ ਤੇ ਹੁਣ ਇੱਧਰ ਦੇ ਜ਼ਿਆਦਾ ਨੌਲੇਜ ਹੈ। ਭਾਸ਼ਾ ਬੋਲੀ ਦਾ ਬੜਾ ਫਰਕ ਹੈ। ਜਿਵੇਂ ਲੋਕਾਂ ਨੂੰ ਪੁੱਛਿਆ ਲੌਕਡੇ ਵੇਲੇ, ਲੌਕਡੇ ਤੋਂ ਲੈ ਕੇ ਰਾਤੀ ਸ਼ਾਮ ਤੋਂ ਪਹਿਲੋਂ ਤੇ ਦੁਪਹਿਰ ਤੋਂ ਬਾਅਦ, ਲੌਕਡਾ ਵਾਲਾ ਸ਼ਾਮ ਨੂੰ ਜਦੋਂ ਚਾਹ ਪੀਣੇ 4-5 ਵਾਲੀ ਜਿਹੜਾ ਹੁੰਦਾ ਲੌਕਡੇ ਦਾ, ਇਹੋ ਜਿਹੀਆਂ ਗੱਲਾਂ। ਹੁਣ ਆਪਾਂ ਕਹਿੰਦੇ ਯਾਰ ਬਾਹਰ ਬੈਠੇ ਆ, ਬੌਲੇ ਬੈਠੇ ਆ, ਬੌਲੇ ਹਵਾ ਵਿੱਚ। ਸੋ ਇਹੋ ਜਿਹੇ ਜਿਹੜੇ
ਪੁਰਾਣੇ ਜਿਹੜੇ ਵਰਡਸ ਨੇ ਜਾਂ ਜਿਹਨੂੰ ਟ੍ਰੈਡੀਸ਼ਨਲ ਜਿਹੜੇ ਆਪਾਂ ਆਮ ਭਾਸ਼ਾ 'ਚ ਹੁਣ ਨਹੀਂ ਯੂਜ਼ ਕਰਦੇ ਜਾਂ ਜਿਹੜੇ ਵਿਸਾਰੇ ਜਾ ਰਹੇ ਨੇ। ਨਾਲ ਉਹਨੇ ਸ਼ਹਿਰੀ ਜ਼ਿੰਦਗੀ ਸਾਨੂੰ ਵੀ ਪਿਛਲੇ 40 ਸਾਲਾਂ ਤੋਂ ਮਿਲੀ ਹੋਈ ਹੈ। ਹਾਂ। ਜੋ ਸਾਡਾ ਪਿਛੋਕੜ ਅਸੀਂ ਕਈ ਵਾਰ ਦਿਮਾਗ 'ਚ ਨਿਕਲ ਵੀ ਜਾਂਦਾ ਹੈ ਤੇ ਜਦੋਂ ਅਸੀਂ ਆਪੋ ਮੈਂ ਸਾਰੇ ਪਿੰਡ 'ਚ ਇਕੱਠੇ ਹੁੰਦੇ ਆ ਪਰਿਵਾਰ 'ਚ ਭਰਾਵਾਂ ਦੇ ਉਹ ਗੱਲਾਂ ਆਪਣੇ ਸਾਨੂੰ ਯਾਦ ਵੀ ਆਉਂਦੀਆਂ ਨੇ। ਅਸੀਂ ਬੋਲ ਵੀ ਲੈਂਦੇ ਆ ਫਿਰ ਤੇ ਅਸੀਂ ਬੋਲ ਵੀ ਲੈਂਦੇ ਆ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਸਾਡਾ ਵੀਲੌਗ ਬਹੁਤ ਅੱਛਾ ਲੱਗਿਆ ਹੋਣਾ, ਵਲੌਗ ਸਾਡਾ ਬਹੁਤ ਅੱਛਾ ਲੱਗਿਆ ਹੋਣਾ ਤੁਹਾਨੂੰ। ਤੇ ਅਸੀਂ ਨਾ ਐਡੀਟਿੰਗ ਰੂਟਿੰਗ ਤੋਂ ਬਣੇ ਕੱਟ ਕੇ ਪਾਉਣੇ ਆ, ਸਿੱਧਾ ਹੀ ਪਾਉਣੇ ਆ ਤੇ ਕਿਉਂਕਿ ਫਿਰ ਕਨੈਕਟੀਵਿਟੀ ਬਣਦੀ ਹੈ ਜਦੋਂ ਆਪਾਂ ਐਡੀਟਿੰਗਸ ਕਰਦੇ ਆ, ਕੁਝ ਕੱਟਦੇ ਆ, ਕੁਝ ਹੋਰ ਸਕ੍ਰਿਪਟਡ ਵੀ ਕਰਾਂਗੇ, ਪਰ ਜਦੋਂ ਜ਼ਿਆਦਾ ਕੁਝ ਆਪਾਂ ਕਰਦੇ ਆ ਤੇ ਉਹਦੇ ਵਿੱਚ ਇੱਕ ਤਾਂ ਜਿਹੜਾ ਨੈਚੁਰਲ ਐਕਸਪ੍ਰੈਸ਼ਨ ਆਉਂਦੇ ਨੇ ਉਹ ਖਤਮ ਹੋ ਜਾਂਦੇ ਨੇ, ਇੱਕ ਫਲੋ ਟੁੱਟਦਾ ਆ, ਇੱਕ ਜਿਹੜੀ ਗੱਲ ਨੈਚੁਰਲ ਆ ਰਹੀ ਉਹਦੀ ਲੜੀ ਖਤਮ ਹੁੰਦੀ ਹੈ। ਇਸ ਕਰਕੇ ਜਿਹੜੀ ਗੱਲਾਂ ਨੇ ਉਹ ਆਪਾਂ ਇਸ ਤਰ੍ਹਾਂ ਹੀ ਜਿਵੇਂ ਗੱਲਾਂ ਮੂੰਹ ਤੇ ਆ ਜਾਂ ਗੱਲਾਂ ਕਰੀਏ ਮੂੰਹ ਤੇ, ਉਹ ਵਾਲੀ ਗੱਲ ਮੂੰਹ ਤੇ ਕਰਾਂਗੇ ਇੱਥੇ ਗੱਲਾਂ ਜੇ ਸੋਚ ਕੇ ਕਰੀ ਤੇ ਗੱਲ ਉਹਦੇ ਵਿੱਚ ਰਹਿ ਜਾਂਦੀ ਹੈ ਤੇ ਉਹ ਜ਼ਰੂਰ ਹੋ ਜਾਂਦਾ, ਗੱਲ ਅੱਗੇ ਪਿੱਛੇ ਹੋ ਜਾਂਦੀ ਕਈ ਵਾਰੀ ਕੋਈ ਵਿੱਚ ਮੈਨੂੰ ਮੈਂ ਤੋੜ ਲਈ ਜਾਂ ਸਪੀਡ ਨਾਲ ਥੋੜੀ ਟੈਨਸ਼ਨ ਹੁੰਦੀ ਵੀ ਵੀਡੀਓ ਖਤਮ ਹੋਣ ਵਾਲੀ ਹੈ। ਪਰ ਕੋਈ ਨਹੀਂ, ਜਿੰਨੀ ਵੀ ਹੈ ਮੈਨੂੰ ਲੱਗਦਾ ਤੁਸੀਂ ਬਹੁਤ ਪਿਆਰ ਦਿਓਗੇ, ਪਿਆਰ ਨਾਲ ਦੇਖੋਗੇ। ਹਾਂ, ਅੱਗੇ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਤੇ ਇਹ ਨਾ ਐਕਚੁਅਲੀ ਕੀ ਨੇ ਜਿਹੜੀ ਗੱਲਾਂ ਅਸੀਂ ਕਰਦੇ ਆ ਨਾ ਇਹ ਤੁਹਾਨੂੰ ਮਾਈਂਡ ਨੂੰ ਰਿਲੈਕਸ ਦੇਣੀ ਹੈ, ਟੈਨਸ਼ਨ ਤੋਂ ਰਿਲੀਫ ਤੁਹਾਨੂੰ ਦੇਣਗੀਆਂ। ਤੇ ਤੁਸੀਂ ਇਹ ਲਾ ਲਓ ਵੀ ਇਕੋ ਫਰੈਂਡਲੀ ਗੱਲਾਂ ਨੇ ਜਿਹੜੀਆਂ ਤੁਹਾਡੇ ਦਿਮਾਗ ਨੂੰ ਸਟ੍ਰੈਸ ਆਊਟ ਕਰਨਗੀਆਂ ਤੇ ਤੁਸੀਂ ਇਹਨਾਂ ਨੂੰ ਸੁਣ ਕੇ ਕਿਤੇ ਨਾ ਕਿਤੇ ਆਪਦੇ ਆਪ ਨੂੰ ਵੀ ਕਨੈਕਟ ਕਰੋਗੇ, ਉਸ ਦੌਰ 'ਚ ਜਾਓਗੇ। ਅਸੀਂ ਬਾਕੀ ਫੈਮਿਲੀ ਨੂੰ ਵੀ ਲੈ ਕੇ ਆਵਾਂਗੇ। ਅਜੇ ਥੋੜੇ ਜਿਹੇ ਸ਼ਰਮ ਮੰਨਦੇ ਨੇ, ਸ਼ਰਮ ਤਾਂ ਨਹੀਂ ਮੰਨਦੇ ਪਰ ਰੁਝੇਵਿਆਂ ਦੇ ਵਿੱਚ ਬੜੇ ਰਹਿੰਦੇ ਨੇ, ਉਹ ਸੰਗਦੇ ਵੀ ਹੈਗੇ ਨੇ ਤੁਸੀਂ ਕਰੋ। ਤੇ ਆ ਮੇਰਾ ਪੁੱਤਰ ਹੈ ਉਹਦਾ ਕਰਨੇ, ਇਹਦਾ ਨਾਮ ਰੱਖਿਆ ਸੀ ਗਾਮਾ ਭਲਵਾਨ। ਅੱਗੇ ਆ ਜਾ ਹੁਣ ਕਿ ਵਾਕਈ ਇਹਨੂੰ ਭਲਵਾਨ ਬਣਾਣਾ। ਤੇ ਇਹ ਸਾਡਾ ਬਹੁਤ ਲਾਡਲਾ ਪੁੱਤਰ, ਇਹ ਬੋਲਦਾ ਘੱਟ ਹੈ, ਬੋਲ ਕੁਛ। ਸਤਿ ਸ਼੍ਰੀ ਅਕਾਲ ਬੁਲਾਓ ਬੇਟਾ, ਸਤਿ ਸ਼੍ਰੀ ਅਕਾਲ, ਹੱਥ ਜੋੜ ਕੇ, ਹੱਥ ਜੋੜ ਕੇ, ਹੱਥ ਜੋੜ ਕੇ ਉੱਚੀ ਬੋਲੋ, ਬੋਲ ਕੇ ਉੱਚੀ। ਸਤਿ ਸ਼੍ਰੀ ਅਕਾਲ। ਹਾਂ।